ਘੁੰਮਾ ਕੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੰਦੇ ਨਜ਼ਰ ਆਏ। ਅੱਜ ਦੀ ਤਰੀਕ ਦੇ ਵਿੱਚ ਜੇ ਤਿੰਨੇ ਕਦਰ ਵਾਪਸ ਵੀ ਲੈ ਲਏ ਫਿਰ ਵੀ ਕੋਈ ਜਿੱਤ ਨਹੀਂ ਹੈ ਕਿਸਾਨਾਂ ਦੀ ਕਿ ਜੇ ਉਹ ਇਹ ਕਹੇ ਕਿ ਚੰਗਾ ਜੀ ਅਸੀਂ ਕਾਨੂੰਨ ਤੇ ਵਾਪਸ ਲੈ ਲਏ, ਆਪਣਾ ਸੂਬਿਆਂ ਨੇ ਜਿੱਥੇ ਮਰਜ਼ੀ ਆਪਣੀ ਕਣਕ ਝੋਨਾ ਕਪਾਹ ਮੱਕੀ ਰੱਖਣੀਆਂ ਰੱਖੀ ਜਾਣ, ਅਸੀਂ ਤੇ ਨਹੀਂ ਖਰੀਦਦੇ, ਫਿਰ ਕੀ ਕਰਨਗੇ। ਇਸ ਟਾਈਮ ਅਸੀਂ ਦੇਖਿਆ ਕਿ ਬਾਲੀਵੁੱਡ ਸਿਤਾਰੇ ਜਿਨ੍ਹਾਂ ਦੇ ਉੱਤੇ ਹੁਣ ਤੱਕ ਬਹੁਤ ਸਾਰੇ ਬਾਲੀਵੁੱਡ ਸਟਾਰ ਅਜਿਹੇ ਸਨ ਜਿਨ੍ਹਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਸੀ ਵੀ ਕਿਉਂ ਨਹੀਂ ਬੋਲਦੇ। ਬਹੁਤ ਸਾਰੇ ਚਿਹਰੇ ਹੁਣ ਅਸੀਂ ਬਹੁਤ ਨਾਮ ਲੈ ਚੁੱਕੇ ਹਾਂ, ਹੁਣ ਨਾਮ ਤੱਕ ਹੀ ਲੈਣੇ ਆ, ਪਰ ਹਾਲ ਹੀ ਦੇ ਵਿੱਚ ਦੇਖਿਆ ਕਿ ਤਾਪਸੀ ਪੰਨੂ ਹੋ ਗਏ, ਅਨੁਰਾਗ ਕਸ਼ਯਪ ਹੋ ਗਏ, ਇਹਨਾਂ ਨੂੰ ਬਹੁਤ ਲਪੇਟੇ 'ਚ ਲਿਆ ਜਾ ਰਿਹਾ। ਔਰ ਹੁਣ ਜਦੋਂ ਇਨਕਮ ਟੈਕਸ ਵਿਭਾਗ ਵਾਲੇ ਜਦੋਂ ਇਹਨਾਂ ਕੋਲ ਪਹੁੰਚੇ ਆ, ਛਾਨਬੀਨ ਕੀਤੀ ਜਾ ਰਹੀ ਹੈ ਕਿਸੇ ਮੂਵੀ ਨੂੰ ਲੈ ਕੇ, ਕੋਈ ਫੈਂਟਮ ਫਿਲਮ ਸੀ ਸ਼ਾਇਦ, ਉਹਨੂੰ ਲੈ ਕੇ ਟੈਕਸਾਂ ਦਾ ਇਸ਼ੂ ਚੱਲ ਰਿਹਾ ਤੇ ਉਹਨੂੰ ਲੈ ਕੇ ਇੰਨਾ ਕੁਝ ਮਤਲਬ ਆਸੇ ਪਾਸੇ ਚੱਲ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਮਿਨਿਸਟਰੀ ਵੀ ਛੱਡੀ, ਉਹ ਇਸ ਕਰਕੇ ਨਹੀਂ ਖੁੱਲ ਕੇ ਮੈਦਾਨ ਦੇ ਵਿੱਚ ਮੋਦੀ ਵਿਰੁੱਧ ਉਤਰੇ ਕਿ ਮੋਦੀ ਆਪਣੇ ਇਹੋ ਜਿਹੀਆਂ ਏਜੰਸੀਆਂ ਪਿੱਛੇ ਨਾ ਪਾ ਦੇ। ਮੁਰਦਿਆਂ ਤੇ ਰਾਜ ਕਰੋਗੇ, ਜੋ ਹਾਲਾਤ ਅੱਜ ਦੀ ਚੱਲ ਰਹੀ ਹੈ, ਜੇ ਇਹਨੂੰ ਪ੍ਰੋਜੈਕਸ਼ਨ 2050 ਤੱਕ ਕਰੋਗੇ, 30 ਸਾਲ ਬਾਅਦ ਤੱਕ ਸੋਚੋ ਤਾਂ ਇੱਥੇ ਕੀ ਬਚੂਗਾ। ਇੱਥੇ ਤੇ ਕਿਕਰਾਂ ਦੀ ਰਹਿਣੀਆਂ, ਬੰਦਿਆਂ ਦੀ ਤੇ ਗੱਲ ਛੱਡੋ। ਨਵਜੋਤ ਸਿੰਘ ਸਿੱਧੂ ਨੇ ਇੱਥੇ ਇੱਕ ਚੀਜ਼ ਤਾਂ ਜ਼ਰੂਰ ਕੀਤੀ ਹੈ ਵੀ ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਆਖਾ ਧੀ ਨੂੰ ਤੇ ਸੁਣਾਵਾ ਨੂੰਹ ਨੂੰ, ਤੇ ਬਸ ਉਹੀ ਚੀਜ਼ ਜਿਹੜਾ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆਏ ਨੇ ਵੀ ਕਿਤੇ ਨਾ ਕਿਤੇ ਸੁਣਾਈ ਜਿਹੜੀ ਹੈ ਉਹਨਾਂ ਨੇ ਕੈਪਟਨ ਸਰਕਾਰ ਨੂੰ ਜਾਂ ਤੇ ਕਹਿ ਰਹੇ ਸੀ ਉਹ ਕੇਂਦਰ ਸਰਕਾਰ ਨੂੰ। ਏਡਾ ਵੱਡਾ ਕਾਰਪੋਰੇਟਾਂ ਦਾ ਕਬਜ਼ਾ ਇੰਨੀ ਕਰੂਸ਼ੀਅਲ ਚੀਜ਼ ਤੇ ਕਰਵਾ ਦੇਣ ਦਾ ਮਤਲਬ ਕਿ ਲੋਕਾਂ ਦੀ ਪੇਟ ਦੀ ਅੱਗ ਨੂੰ ਬੁਝਾਉਣ ਵਾਲੀ ਚੀਜ਼ ਦੇ ਉੱਤੇ ਉਹਨਾਂ ਨੂੰ ਕਾਰਪੋਰੇਟਾਂ ਨੂੰ ਬਿਠਾ ਕੇ 10-10 ਗੁਣਾ 5-5 ਗੁਣਾ ਉਹਨਾਂ ਦੀਆਂ ਕੀਮਤਾਂ ਵਧਾ ਕੇ ਲੋਕਾਂ ਤੋਂ ਚਾਰਜ ਕਰਨ ਦਾ ਇੱਕ ਬਿਲਕੁਲ ਸਕੀਮ ਤੈਅ ਹੋ ਚੁੱਕੀ ਹੈ। ਤਾਪਸੀ ਪੰਨੂ, ਅਨੁਰਾਗ ਕਸ਼ਯਪ, ਉਹਨਾਂ ਦੇ ਉੱਤੇ ਹੁਣ ਜਿਸ ਤਰੀਕੇ ਨਾਲ ਇਨਕਮ ਟੈਕਸ ਵਿਭਾਗ ਦੇ ਛਾਪੇ ਮਾਰੇ ਜਾ ਰਹੇ ਨੇ, ਉਹ ਕਿਉਂ ਮਾਰੇ ਜਾ ਰਹੇ ਨੇ, ਕੀ ਮਕਸਦ ਹੈ। ਹਾਲਾਂਕਿ ਨੋ ਡਾਊਟ ਕਈ ਮਾਹਰਾਂ ਨੇ ਇਹ ਗੱਲ ਕਹੀ ਹੈ, ਕਈ ਸਿਆਸਤਦਾਨਾਂ ਨੇ ਵੀ ਇਸ ਗੱਲ ਦੇ ਉੱਤੇ ਤੰਜ ਕੱਸੇ ਨੇ, ਰਾਹੁਲ ਗਾਂਧੀ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਮੋਦੀ ਸਰਕਾਰ ਕਰਾ ਰਹੀ ਹੈ ਕਿਉਂਕਿ ਉਹਨਾਂ ਨੇ ਬਿੱਲਾਂ ਦਾ ਕਿਤੇ ਨਾ ਕਿਤੇ ਪੱਖ ਪੂਰਿਆ ਸੀ, ਸਮਰਥਨ ਕੀਤਾ ਸੀ। ਇਹ ਜਿਹੜੀ ਇਹੋ ਜਿਹੀਆਂ ਜਿਹੜੀ ਲੂਜ਼ ਐਵੇਂ ਗੱਲਾਂ ਕਰਨੀਆਂ, ਹਵਾਈ ਗੱਲਾਂ ਕਰਨੀਆਂ, ਸਿੱਧੂ ਸਾਹਿਬ ਸਿਆਣੇ ਬੰਦੇ ਆ, ਬੜੀ ਪਪੂਲੈਰਿਟੀ ਆ ਉਹਨਾਂ ਦੇ ਯੂਥ ਵਿੱਚ, ਬੜੀ ਇਮੇਜ ਆ, ਛਵੀ ਆ, ਪਰ ਜੇ ਹੁਣ ਨਹੀਂ ਪਾਰਟੀ ਵੀ ਉਹਨਾਂ ਨੂੰ ਝੱਲਦੀ ਜਾਂ ਕੈਪਟਨ ਸਾਹਿਬ ਨਹੀਂ ਉਹਨਾਂ ਨੂੰ ਝੱਲਦੇ ਜਾਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਅੜਫੜ ਜੀ ਰਹਿੰਦੀ ਆ, ਤੇ ਉਸ ਕਰਕੇ ਨਹੀਂ, ਕਿਉਂਕਿ ਕੈਪਟਨ ਤੇ ਕੈਪਟਨ ਹੈ, ਮਹਾਰਾਜਾ ਵੀ ਆ, ਚੀਫ ਨਹੀਂ ਹੈਗਾ, ਹੋਮ ਮਿਨਿਸਟਰ ਵੀ ਹੈਗਾ, ਜਿਹਦੇ ਕੋਲ ਇੰਨਾ ਕੁਝ ਪਿਆ ਹੋਵੇ, ਬਾਕੀ ਗੱਲਾਂ ਨਹੀਂ ਆਪਾਂ ਕਰਨੀਆਂ। ਪ੍ਰਗਟ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਵੀ ਨਵਜੋਤ ਸਿੰਘ ਸਿੱਧੂ ਜੋ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ। ਪ੍ਰਗਟ ਸਿੰਘ ਹਮਾਇਤ ਕਰਦੇ ਨਜ਼ਰ ਆਏ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਹੈ, ਪਰ ਬਾਕੀ ਕੈਪਟਨ ਵਾਲੀ ਸਾਈਡ ਤੋਂ ਜੇ ਦੇਖਿਆ ਜਾਵੇ ਨੋ ਡਾਊਟ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਅਸੀਂ ਸਾਰੇ ਜਾਣਦੇ ਹਾਂ। ਹੁਣ ਜਦੋਂ ਕੈਪਟਨ ਦੀ ਸਾਈਡ ਦੇ ਵਿੱਚ ਕੋਈ ਵੀ ਨਹੀਂ ਬੋਲਿਆ ਵੀ ਚਲੋ ਜੇ ਨਵਜੋਤ ਸਿੰਘ ਸਿੱਧੂ ਨੂੰ ਸਹੀ ਨਹੀਂ ਕਹਿਣਾ ਵੀ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿ ਰਿਹਾ ਜਾਂ ਜਿਹੜੀਆਂ ਹਦਾਇਤਾਂ ਦੇ ਰਹੇ ਨੇ ਬਿੱਲਾਂ ਦੇ ਉੱਤੇ ਕੈਪਟਨ ਸਰਕਾਰ ਨੂੰ, ਉਹ ਗਲਤ ਹੈ ਜਾਂ ਸਹੀ ਹੈ, ਕਿਸੇ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਇਹ ਸਾਰਾ ਵੋਟਾਂ ਦਾ ਖੇਲ ਹੈਗਾ। ਨਵਜੋਤ ਸਿੰਘ ਸਿੱਧੂ ਪਾਪੂਲਰ ਚਿਹਰਾ ਆ, ਉਹਨੂੰ ਉਹਦੇ ਮੂੰਹ ਖੋਲ ਕੇ ਲੋਕੀ ਕਹਿੰਦੇ ਯਾਰ ਗਾਹ ਚੋਣਾਂ ਆਈਆਂ, ਐਵੇਂ ਨਵੀਂ ਕੰਟਰੋਵਰਸੀ 'ਚ ਪੈ ਜਾਗੇ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਸੋਹਣੀ ਜਿਹੀ ਸਵੇਰ ਤੁਸੀਂ ਸਾਰਿਆਂ ਨੇ ਸ਼ੁਰੂ ਕੀਤੀ ਹੋਏਗੀ। ਤੁਹਾਡੀ ਸਵੇਰ ਸੋਹਣੀ ਹੁੰਦੀ ਹੈ ਤਾਂ ਸਾਡੀ ਵੀ ਤੁਹਾਡੇ ਨਾਲ ਹੀ ਸਵੇਰ ਹੁੰਦੀ ਹੈ, ਔਰ ਤੁਸੀਂ ਜਿਵੇਂ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੋ ਤਾਂ ਸਾਡੇ ਵਿੱਚ ਜਿਹੜਾ ਦਿਨ ਹੈ ਬਹੁਤ ਵਧੀਆ ਨਿਕਲਦਾ ਤੁਹਾਡੇ ਨਾਲ। ਖੈਰ ਐਨੀਵੇ ਆਪਾਂ ਹਰ ਦਿਨ ਅਪਡੇਟ ਦੇ ਉੱਤੇ ਗੱਲ ਕਰਦੇ ਹਾਂ ਤੇ ਅੱਜ ਦੇ ਅਪਡੇਟ ਦੇ ਮੁਤਾਬਕ ਵਿਧਾਨ ਸਭਾ ਸੈਸ਼ਨ ਦਾ ਰੌਲਾ ਰੱਪਾ ਜਿਹੜਾ ਉਸ ਤੇ ਅਸੀਂ ਗੱਲਬਾਤ ਕਰਾਂਗੇ, ਕੀ ਹੋਇਆ ਕੀ ਨਹੀਂ। ਨੋ ਡਾਊਟ ਤੁਹਾਡੇ ਤੱਕ ਤਾਂ ਖੁਦ ਵੀ ਸਾਰੀਆਂ ਖਬਰਾਂ ਪਹੁੰਚ ਹੀ ਜਾਂਦੀਆਂ ਨੇ, ਸੋਸ਼ਲ ਮੀਡੀਆ ਦੀਆਂ ਖਬਰਾਂ ਵੀ ਤੁਸੀਂ ਬਹੁਤ ਜ਼ਿਆਦਾ ਦੇਖ ਲੈਂਦੇ ਹੋ, ਪਰ ਧਿਆਨ ਰੱਖਿਆ ਕਰੋ ਕਿ ਕਿਹੜੀ ਖਬਰ ਦੇ ਉੱਤੇ ਜਿਹੜੀ ਹੈ ਮੋਹਰ ਲਗਾਣੀ, ਕਿਹੜੀ ਖਬਰ ਸਹੀ ਹੈ ਕਿਹੜੀ ਨਹੀਂ, ਇਸ ਗੱਲ ਦਾ ਖਾਸ ਤੌਰ ਤੇ ਖਿਆਲ ਰੱਖਿਆ ਕਰੋ। ਸੋ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੇ ਜਿਹੜਾ ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਆਪਣੀ ਇੱਕ ਸਪੀਚ ਦਿੱਤੀ, ਆਪਣਾ ਬਿਆਨ ਦਿੱਤਾ। ਉਸ ਲੰਬੇ ਚੌੜੇ ਬਿਆਨ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਨੂੰ ਤਾਂ ਫਟਕਾਰ ਲਗਾਈ ਹੈ, ਕੇਂਦਰ ਸਰਕਾਰ ਨੂੰ ਉਹਨਾਂ ਨੇ ਖੇਤੀ ਕਾਨੂੰਨ ਜਿਹੜੇ ਬਿੱਲ ਹੈ ਉਹਨਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਤੇ ਪਰ ਘੁੰਮਾ ਕੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੰਦੇ ਨਜ਼ਰ ਆਏ। ਕੈਪਟਨ ਸਰਕਾਰ ਨੂੰ ਉਹਨਾਂ ਨੇ ਕਿਹਾ ਵੀ ਕਿਉਂ ਨਾ ਪੰਜਾਬ ਦੇ ਜਿਹੜੇ ਹੈ ਪੰਜਾਬ ਸਰਕਾਰ, ਸੂਬਾ ਸਰਕਾਰ ਜਿਹੜੀ ਹੈ ਉਹ ਆਪਣੇ ਜਿਹੜੇ ਨਵੇਂ ਕਾਨੂੰਨ ਬਣਾਉਣ ਤੇ ਜਿਹੜੀ MSP ਹੈ ਕਿਸਾਨਾਂ ਨੂੰ ਕਣਕ ਝੋਨੇ ਦੀ ਫਸਲੀ ਚੱਕਰ ਚੋਂ ਬਾਹਰ ਕੱਢਿਆ ਜਾਏ ਤੇ ਸੂਬਾ ਸਰਕਾਰ ਬਾਕੀ ਫਸਲਾਂ ਦੇ ਉੱਤੇ ਵੀ MSP ਦੇਵੇ। ਨਵਜੋਤ ਸਿੰਘ ਸਿੱਧੂ ਨੇ ਸਾਰੀਆਂ ਗੱਲਾਂ ਕੀਆਂ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਆ ਉਹ ਗੇਮ ਚੇਂਜਰ ਬਣ ਸਕਦੇ ਹਾਂ, ਯਾਨੀ ਕਿ ਕੇਂਦਰ ਸਰਕਾਰ ਨੂੰ ਘੇਰਦੇ ਘੇਰਦੇ ਕਾਫੀ ਸਾਰੀਆਂ
ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਯੂ ਟਰਨ ਲੈ ਕੇ ਉਹਨਾਂ ਨੇ ਕੈਪਟਨ ਸਰਕਾਰ ਨੂੰ ਕਹੀਆਂ ਨੇ, ਪੰਜਾਬ ਸਰਕਾਰ ਨੂੰ ਹਦਾਇਤਾਂ ਕਹਿ ਸਕਦੇ ਹੋ ਵੀ ਦਿੱਤੀਆਂ ਨੇ ਜਾਂ ਸਲਾਹ ਦਿੱਤੀ ਹੈ ਵੀ ਇਸ ਤਰੀਕੇ ਨਾਲ ਚੱਲੋ ਤਾਂ ਕੁਛ ਨਾ ਕੁਛ ਕਿਸਾਨਾਂ ਦਾ ਜਿਹੜਾ ਉਹ ਭਲਾ ਹੋ ਜਾਊਗਾ। ਨਵਜੋਤ ਸਿੰਘ ਸਿੱਧੂ ਨੇ ਇੱਥੇ ਇੱਕ ਚੀਜ਼ ਤਾਂ ਜ਼ਰੂਰ ਕੀਤੀ ਹੈ ਵੀ ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਆਖਾ ਧੀ ਨੂੰ ਤੇ ਸੁਣਾਵਾ ਨੂੰਹ ਨੂੰ, ਤੇ ਬਸ ਉਹੀ ਚੀਜ਼ ਜਿਹੜਾ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆਏ ਨੇ ਵੀ ਕਿਤੇ ਨਾ ਕਿਤੇ ਸੁਣਾਈ ਜਿਹੜੀ ਹੈ ਉਹਨਾਂ ਨੇ ਕੈਪਟਨ ਸਰਕਾਰ ਨੂੰ ਜਾਂ ਤੇ ਕਹਿ ਰਹੇ ਸੀ ਉਹ ਕੇਂਦਰ ਸਰਕਾਰ ਨੂੰ। ਖੈਰ ਇਸ ਦੀਆਂ ਤੰਦਾਂ ਅਸੀਂ ਫਰੋਲਾਂਗੇ ਵੀ ਕੀ ਕੀ ਹੋ ਰਿਹਾ ਔਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇਹ ਬਿਆਨ ਹੈ ਇਸ ਦੇ ਕੀ ਹੁਣ ਅਰਥ ਕੱਢੇ ਜਾ ਰਹੇ ਨੇ ਜਾਂ ਇਹ ਸਲਾਹ ਉਹ ਕਿਉਂ ਕੈਪਟਨ ਅਮਰਿੰਦਰ ਨੂੰ ਦਿੰਦੇ ਨਜ਼ਰ ਆਏ। ਅਸੀਂ ਸਾਰੇ ਤਾਂ ਜਾਣਦੇ ਹਾਂ ਵੀ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਹਮੇਸ਼ਾ ਜਿਹੜੇ ਨੇ ਆਪਸ ਦੇ ਵਿੱਚ ਖਹਿਬਾਜ਼ੀ ਔਰ ਅੰਦਰੂਨੀ ਜਿਹੜੇ ਉਹਨਾਂ ਦੇ ਕਹਿ ਸਕਦੇ ਆ ਮਲਾਲ ਜਿਹੜੇ ਨੇ ਜਾਂ ਫਿਰ ਇੱਕ ਦੂਰੀ ਜੀ ਜਿਹੜੀ ਉਹਨਾਂ ਦੀ ਬਣੀ ਰਹਿੰਦੀ ਹੈ ਹਮੇਸ਼ਾ। ਸੋ ਇਸ ਲਈ ਕਦੀ ਕੈਪਟਨ ਆਨੇ ਬਹਾਨੇ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸ ਦਿੰਦੇ ਨੇ ਤੇ ਕਦੀ ਨਵਜੋਤ ਸਿੰਘ ਸਿੱਧੂ, ਸੋ ਇਹ ਤਾਂ ਚੀਜ਼ ਚੱਲਦੀ ਰਹਿੰਦੀ ਹੈ। ਇਸ ਤੋਂ ਇਲਾਵਾ ਭਾਰਤ ਦੇ ਵਿੱਚ ਡੈਮੋਕ੍ਰੇਸੀ ਹੈ ਜਿਹੜੀ ਉਹਦਾ ਕੀ ਹਾਲ ਬਣਿਆ ਹੋਇਆ ਹੈ ਇਸ ਤੇ ਅਸੀਂ ਗੱਲ ਕਰਾਂਗੇ। ਤਾਪਸੀ ਪੰਨੂ, ਅਨੁਰਾਗ ਕਸ਼ਪ, ਉਹਨਾਂ ਦੇ ਉੱਤੇ ਹੁਣ ਜਿਸ ਤਰੀਕੇ ਨਾਲ ਇਨਕਮ ਟੈਕਸ ਵਿਭਾਗ ਦੇ ਛਾਪੇ ਮਾਰੇ ਜਾ ਰਹੇ ਨੇ ਉਹ ਕਿਉਂ ਮਾਰੇ ਜਾ ਰਹੇ ਨੇ, ਕੀ ਮਕਸਦ ਹੈ। ਹਾਲਾਂਕਿ ਨੋ ਡਾਊਟ ਕਈ ਮਾਹਰਾਂ ਨੇ ਇਹ ਗੱਲ ਕਹੀ ਹੈ, ਕਈ ਸਿਆਸਤਦਾਨਾਂ ਨੇ ਵੀ ਇਸ ਗੱਲ ਦੇ ਉੱਤੇ ਤੰਜ ਕੱਸੇ ਨੇ, ਰਾਹੁਲ ਗਾਂਧੀ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਮੋਦੀ ਸਰਕਾਰ ਕਰਾ ਰਹੀ ਹੈ ਕਿਉਂਕਿ ਉਹਨਾਂ ਨੇ ਬਿੱਲਾਂ ਦਾ ਕਿਤੇ ਨਾ ਕਿਤੇ ਪੱਖ ਪੂਰਿਆ ਸੀ, ਸਮਰਥਨ ਕੀਤਾ ਸੀ, ਇਸ ਲਈ ਉਹਨਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ। ਔਰ ਪੰਜਾਬ ਪੁਲਿਸ ਦੀ ਮਾਫ ਕਰਨਾ ਦਿੱਲੀ ਪੁਲਿਸ ਦੀ ਗੱਲ ਕਰਾਂਗੇ। ਦਿੱਲੀ ਪੁਲਿਸ ਨੇ ਇੱਕ ਅਜਿਹੇ ਕਿਸਾਨ ਦੇ ਘਰ ਜਿਹੜਾ ਇੱਕ ਅਜਿਹੇ ਨੌਜਵਾਨ ਨੂੰ ਜਿਹੜਾ ਨੋਟਿਸ ਭੇਜਿਆ ਜਿਹੜਾ ਕਿ ਪਹਿਲਾਂ ਹੀ ਮ੍ਰਿਤਕ ਹੈ। ਸੋ ਦਿੱਲੀ ਪੁਲਿਸ ਦੇ ਇਹ ਕਾਰਨਾਮੇ ਇਸ ਵੇਲੇ ਚੱਲ ਰਹੇ ਨੇ। ਇਹ ਸਾਰੇ ਜਿੰਨੇ ਵੀ ਮੁੱਦੇ ਨੇ ਇਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਤੇ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕੋਸ਼ਿਸ਼ ਕਰਨਾ ਕਿ ਪਲੀਜ਼ ਜਿਹੜੇ ਇਹ ਮੁੱਦੇ ਨੇ ਆਪਾਂ ਇਹਨਾਂ ਮੁੱਦਿਆਂ ਦੇ ਉੱਤੇ ਹੀ ਗੱਲ ਕਰੀਏ। ਜਿਹੜੇ ਟੌਪਿਕ ਅੱਜ ਅਸੀਂ ਲੈ ਰਹੇ ਹਾਂ ਮਾਰਨਿੰਗ ਸ਼ੋਅ ਦੇ ਵਿੱਚ ਇਹਨਾਂ ਬਾਬਤ ਹੀ ਸਾਡਾ ਗੱਲਬਾਤ ਕਰਨਾ। ਫੋਨ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਵੀ ਹੈ ਤੇ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਔਰ ਮੈਂ ਇੱਕ ਵਾਰੀ ਨੰਬਰ ਤੁਹਾਨੂੰ ਦੱਸ ਵੀ ਦਿੰਨੀ ਆ ਜੇ। ਨੰਬਰ ਹੈ 188892325656 1888 923 ਤੇ 2656। ਇਹ ਫੋਨ ਨੰਬਰ ਹੈ, ਗੱਲ ਕਰਿਓ ਪਰ ਕੋਸ਼ਿਸ਼ ਕਰਨਾ ਮੁੱਦਾ ਜਿਹੜਾ ਹੈ ਉਸੇ ਤੇ ਹੀ ਆਪਾਂ ਗੱਲਬਾਤ ਕਰੀਏ। ਖੇਤੀ ਕਾਨੂੰਨ ਬਿੱਲਾਂ ਦਾ ਮੁੱਦਾ ਹੈ, ਰਾਹੁਲ ਗਾਂਧੀ ਨੇ ਜੋ ਬਿਆਨ ਦਿੱਤਾ ਹੈ, ਅਨੁਰਾਗ ਕਸ਼ਪ ਔਰ ਤਾਪਸੀ ਪੰਨੂ ਨਾਲ ਜੋ ਹੋ ਰਿਹਾ ਉਸ ਮੁੱਦੇ ਤੇ ਗੱਲ ਕਰਿਓ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਖੇਤੀ ਕਾਨੂੰਨ ਬਿੱਲਾਂ ਤੇ ਉਸ ਤੇ ਗੱਲ ਕਰਿਓ। ਜਿਹੜੇ ਮੌਜੂਦਾ ਹਾਲਾਤ ਨੇ ਵਿਧਾਨ ਸਭਾ ਸੈਸ਼ਨ ਰਿਗਾਰਡਿੰਗ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਉਸ ਤੇ ਗੱਲ ਕਰਿਓ ਸਾਡੇ ਨਾਲ ਜ਼ਰੂਰ। ਸੋ ਪ੍ਰੋਫੈਸਰ ਮਨਜੀਤ ਸਿੰਘ ਤਾਂ ਸਾਡੇ ਨਾਲ ਜੁੜਨਗੇ, ਪਰ ਅਸੀਂ ਪ੍ਰੋਫੈਸਰ ਮਨਜੀਤ ਨਾਲ ਜੁੜਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਵਾਰੀ ਇਹ ਸੁਣ ਲੈਂਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਅੱਜ ਬਿਆਨ ਦਿੱਤਾ, ਨਵਜੋਤ ਸਿੰਘ ਸਿੱਧੂ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦੇ ਨਜ਼ਰ ਆਏ ਉਹ ਸਲਾਹ ਹੈ ਕੀ ਹੈ, ਇੱਕ ਵਾਰੀ ਇਹ ਸੁਣ ਲੈਂਦੇ ਹਾਂ। ਸਾਡੇ ਕੋਲ ਬਹੁਤ ਵੱਡੇ ਗਰਾਊਂਡ ਨੇ, not only to defy, ਸਿਰਫ ਡਿਫਾਈ ਨਹੀਂ ਕਰਨਾ but to deny, ਬਹੁਤ ਵੱਡੇ ਗਰਾਊਂਡ ਨੇ। ਇਹ ਪਹਿਲਾਂ ਵੀ ਹੋਇਆ ਔਰ ਹੁਣ ਵੀ ਹੋਣਾ ਚਾਹੀਦਾ ਕਿਉਂਕਿ ਜਿਹੜੇ ਕਾਨੂੰਨ ਨੇ ਇਹ ਅਨਕਨਸਟੀਟਿਊਸ਼ਨਲ ਨੇ, ਇੱਕ ਇਲੀਗਲ ਨੇ, ਦੋ ਇਹ ਸੂਬਿਆਂ ਦੇ ਕਾਨੂੰਨ ਬਣਾਉਣ ਦੇ ਅਧਿਕਾਰ ਦੇ ਉੱਤੇ ਇੱਕ ਬਹੁਤ ਵੱਡਾ ਅਟੈਕ ਹੈ। ਇਹ ਸਾਡੇ ਪੁਰਖਿਆਂ ਦੇ ਦਿੱਤੇ ਫੈਡਰਲ ਸਟਰਕਚਰ ਦੇ ਉੱਤੇ ਬਹੁਤ ਵੱਡਾ ਅਟੈਕ ਹੈ ਕਿ ਅੱਜ ਪੰਜਾਬ ਨੇ ਔਰ ਰਾਜਸਥਾਨ ਨੇ ਅਮੈਂਡਮੈਂਟਾਂ ਕਰਕੇ ਇਹਨਾਂ ਕਾਨੂੰਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਹੋਣਾ ਚਾਹੀਦਾ ਸੀ, ਸ਼ਲਾਘਾਯੋਗ। ਸੋ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਬਿੱਲਾਂ ਦੇ ਉੱਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ, ਪ੍ਰੋਫੈਸਰ ਮਨਜੀਤ ਸਿੰਘ ਨਾਲ ਅਸੀਂ ਇਸ ਤੇ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸ਼ੈਰੀ ਜੀ। ਪ੍ਰੋਫੈਸਰ ਸਾਹਿਬ ਇਸ ਤੋਂ ਪਹਿਲਾਂ ਅਸੀਂ ਨਵਜੋਤ ਸਿੰਘ ਸਿੱਧੂ ਦਾ ਬਿਆਨ ਵੀ ਸੁਣ ਰਹੇ ਸੀ ਔਰ ਨਵਜੋਤ ਸਿੰਘ ਸਿੱਧੂ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ। ਖੈਰ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਸਲਾਹ ਦਿੱਤੀ ਹੈ ਉਹ ਬੋਲੇ ਤਾਂ ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਹੈ ਤੇ ਕੇਂਦਰ ਸਰਕਾਰ ਨੂੰ ਕਹਿ ਰਹੇ ਸੀਗੇ, ਪਰ ਕਿਤੇ ਨਾ ਕਿਤੇ ਯੂ ਟਰਨ ਲੈ ਕੇ ਫੇਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇ ਗਏ ਵੀ ਇਸ ਤਰੀਕੇ ਨਾਲ ਕਰੋ। ਕੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਨਹੀਂ ਆ ਰਹੀ ਸੀਗੀ ਕਿ ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਉਹ ਕੀ ਕਰ ਸਕਦੇ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੂੰ ਸਮਝਾਉਣੀ ਪਈ ਹੈ? ਦੇਖੋ ਇਹ ਗੱਲ ਠੀਕ ਕਹਿ ਰਹੇ ਆ ਉਹ ਕਿ ਇਹ ਜਿਹੜਾ ਖੇਤੀ ਆ ਉਹ ਸਟੇਟ ਸਬਜੈਕਟ ਆ, ਉਸ ਨੂੰ ਟ੍ਰੇਡ ਦੇ ਵਿੱਚ ਪਾ ਕੇ ਤੇ ਇਹਨਾਂ ਨੇ ਅਨਨੈਸੈਸਰੀਲੀ ਖਿੱਚ ਕੇ ਤੇ ਉਹਦੇ ਤੇ ਕਾਨੂੰਨ ਬਣਾਤੇ ਜਿਹੜਾ ਕਿ ਕਨਕਰੈਂਟ ਲਿਸਟ, ਜਿਹਨੂੰ ਸਾਂਝੀ ਲਿਸਟ ਕਹਿੰਦੇ ਆ ਸੂਬਿਆਂ ਤੇ ਕੇਂਦਰ ਦੀ, ਉਹਦੇ ਵਿੱਚੋਂ ਇਹ ਟ੍ਰੇਡ ਦਾ ਇੱਕ ਮੁੱਦਾ ਚੁੱਕ ਕੇ ਉਹ, ਪਰ ਉਹ ਕੋਈ ਖੇਤੀ
ਦੇ ਜਿਹੜੀ ਕਮੋਡਿਟੀਜ਼ ਆ, ਜਿਸ ਤਰ੍ਹਾਂ ਜੀਰੀ ਆ ਜਾਂ ਜਿਹਨੂੰ ਝੋਨਾ ਕਹਿੰਦੇ ਆ ਜਾਂ ਕਣਕ ਬਾਜਰਾ, ਉਹਨਾਂ ਤੇ ਨਹੀਂ ਆ। ਉਹ ਤੇ ਜਿਹੜੇ ਪ੍ਰੋਸੈਸ ਚੀਜ਼ਾਂ ਉਹਨਾਂ ਦਾ ਟ੍ਰੇਡ ਹੈਗਾ ਸੀਗਾ। ਚਲੋ ਉਹ ਜੋ ਹੋਇਆ ਉਹ ਗੱਲ ਠੀਕ ਕਹਿ ਰਿਹਾ ਕਿ ਸੂਬਿਆਂ ਦੇ ਅਧਿਕਾਰ ਤੇ ਛਾਪਾ ਕੇਂਦਰ ਨੇ ਮਾਰਿਆ। ਜਿਹੜੀ ਗੱਲ MSP ਦੀ ਹੈ, ਇਹ ਤੇ ਬਹੁਤ ਹੀ ਟ੍ਰਿਕੀ ਤੇ ਸਟਿੱਕੀ ਗਰਾਊਂਡ ਤੇ ਆ। ਉਹ ਇਸ ਕਰਕੇ ਮੈਂ ਕਹਿਣਾ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਤਿੰਨੇ ਕਦਰ ਵਾਪਸ ਵੀ ਲੈ ਲਏ, ਫਿਰ ਵੀ ਕੋਈ ਜਿੱਤ ਨਹੀਂ ਹੈ ਕਿਸਾਨਾਂ ਦੀ। ਕਿ ਜੇ ਉਹ ਇਹ ਕਹੇ ਕਿ ਚੰਗਾ ਜੀ ਅਸੀਂ ਕਾਨੂੰਨ ਤੇ ਵਾਪਸ ਲੈ ਲਏ, ਆਪਣਾ ਸੂਬਿਆਂ ਨੇ ਜਿੱਥੇ ਮਰਜ਼ੀ ਆਪਣੀ ਕਣਕ, ਝੋਨਾ, ਕਪਾਹ, ਮੱਕੀ ਰੱਖਣੀ ਆ ਰੱਖੀ ਜਾਣ, ਅਸੀਂ ਤੇ ਨਹੀਂ ਖਰੀਦਦੇ, ਫਿਰ ਕੀ ਕਰਨਗੇ? ਜੇ ਹੁਣ ਸੂਬਿਆਂ 'ਚ ਪੰਜਾਬ, ਹਰਿਆਣਾ, UP ਜਾਂ ਹੋਰ ਨਾ ਜਗ੍ਹਾ ਤੇ ਭਾਵੇਂ ਗੰਨਾ ਆ, ਭਾਵੇਂ ਹੋਰ ਫਸਲਾਂ ਜਿੰਨੀਆਂ ਕੁ ਵੀ ਖਰੀਦੀਆਂ ਜਾ ਰਹੀਆਂ, ਜਾਂ ਮੱਧ ਪ੍ਰਦੇਸ਼ ਅੱਧੀਆਂ ਪਚੱਧੀਆਂ ਖਰੀਦੀਆਂ ਜਾ ਰਹੀਆਂ, ਇਸੇ ਤਰ੍ਹਾਂ ਹੀ ਐਤਕੀ ਹਰਿਆਣੇ 'ਚ ਵੀ ਲੱਗੇ ਸੀ ਘਟਾਉਣ ਨੂੰ, ਤੇ ਰੌਲਾ ਪੈ ਗਿਆ ਤੇ ਫਿਰ ਉਹਨਾਂ ਨੇ ਪੂਰੀ ਦਾ ਪੂਰਾ ਝੋਨਾ ਖਰੀਦਿਆ। ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਬੰਦ ਤੇ ਕਰਨਾ ਹੀ ਕਰਨਾ, ਜਿੱਦਣ ਨੂੰ ਚੱਲੇ। ਸੈਂਟਰ ਕਹਿੰਦਾ ਕਿ ਇਹ ਮਾਰਕੀਟ ਦੇ ਵਿੱਚ ਜਿੰਨੀ ਲੋਕ ਲੁੱਟ ਜਿਹੜੇ ਵਪਾਰੀ ਉਹ ਕਰ ਸਕਦੇ ਆ। ਇਸੇ ਕਰਕੇ ਜਿਹੜਾ ਤੀਸਰਾ ਕਾਨੂੰਨ ਆ, ਉਹ ਵਪਾਰੀਆਂ ਨੂੰ ਖੁੱਲੀ ਛੁੱਟੀ ਦੇਣੀ ਕਿ ਜਿੰਨਾ ਮਰਜ਼ੀ ਅਨਾਜ ਭੰਡਾਰ ਕਰ ਲੈਣ। ਜਿਸ ਤਰੀਕੇ ਨਾਲ ਅਡਾਨੀ ਆਪਣੀ ਜਗ੍ਹਾ ਜਗ੍ਹਾ ਵੱਡੇ ਵੱਡੇ ਸੀਲੋ ਸਿਸਟਮ ਮੋਗੇ ਲਾਗੇ ਵੀ ਬਣਾਇਆ, ਹੋਰ ਇਹੋ ਜਿਹਾ ਕਈ ਜਗ੍ਹਾ ਤੇ ਬਣਾ ਰਹੇ ਆ। ਉਹਨਾਂ ਨੂੰ ਰੇਲਵੇ ਟਰੈਕ ਵੀ ਨਾਲ ਲਾਇਆ ਤਾਂ ਕਿ ਢੋਆ ਢਵਾਈ ਲਈ ਕੋਈ ਵੀ ਅਨਾਜ ਦੀ ਤਕਲੀਫ ਨਾ ਆਵੇ। ਏਡਾ ਵੱਡਾ ਕਾਰਪੋਰੇਟਾਂ ਦਾ ਕਬਜ਼ਾ ਇੰਨੀ ਕਰੂਸ਼ੀਅਲ ਚੀਜ਼ ਤੇ ਕਰਵਾ ਦੇਣ ਦਾ ਮਤਲਬ ਕਿ ਲੋਕਾਂ ਦੀ ਪੇਟ ਦੀ ਅੱਗ ਨੂੰ ਬੁਝਾਉਣ ਵਾਲੀ ਚੀਜ਼ ਦੇ ਉੱਤੇ ਉਹਨਾਂ ਨੂੰ ਕਾਰਪੋਰੇਟਾਂ ਨੂੰ ਬਿਠਾ ਕੇ 10-10 ਗੁਣਾ 5-5 ਗੁਣਾ ਉਹਨਾਂ ਦੀਆਂ ਕੀਮਤਾਂ ਵਧਾ ਕੇ ਲੋਕਾਂ ਤੋਂ ਚਾਰਜ ਕਰਨ ਦਾ ਇੱਕ ਬਿਲਕੁਲ ਸਕੀਮ ਤੈਅ ਹੋ ਚੁੱਕੀ ਹੈ। ਉਹ ਤੇ ਰੌਲਾ ਵੇਲੇ ਸਿਰ ਚੋਰ ਫੜੇ ਗਏ ਤੇ ਰੌਲਾ ਪੈ ਗਿਆ, ਹੁਣ ਉਹ ਪੰਗਾ ਪਿਆ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਆ। ਪਰ ਜੇ ਤੁਸੀਂ ਇਹ ਕਹੋ ਕਿ ਜੇ ਕੇਂਦਰ ਦੀ ਜਗ੍ਹਾ ਸੂਬੇ ਆਪਣੇ ਕਾਨੂੰਨ ਬਣਾਉਣ, ਆਪ ਹੀ ਖਰੀਦ ਕਰ ਲੈਣ, ਆਪ ਹੀ ਉਹਨੂੰ, ਤੇ ਫਿਰ ਕੇਂਦਰ ਕਾਹਦੇ ਮਤਲਬ ਲਈ ਹੈਗਾ? ਕੇਂਦਰ ਇੰਨੇ ਸਾਡੇ ਕੋਲੋਂ 55% ਤੋਂ ਜ਼ਿਆਦਾ ਜਿਹੜਾ ਕੇਂਦਰ ਸਿਰਫ ਇੰਨੇ ਪੈਸੇ ਸੂਬਿਆਂ ਚੋਂ ਵਸੂਲਦਾ। ਕੇਂਦਰ ਦੇ ਹਾਲ ਚੱਲਦੇ ਆ, ਮੋਦੀ ਜੀ ਦੇ ਹਾਲ ਚੱਲਦੇ ਆ, ਸੂਬਿਆਂ ਤੋਂ ਹੀ ਪੈਸਾ ਸਾਰਾ ਕੇਂਦਰ ਨੂੰ ਜਾਂਦਾ। GST ਦਾ ਪੈਸਾ, ਹੋਰਨਾਂ ਦਾ ਪੈਸਾ ਸਾਰਾ ਕੇਂਦਰ ਨੂੰ ਜਾਂਦਾ। ਤੇ ਫੈਡਰਲ ਢਾਂਚੇ ਨੂੰ ਇੰਨਾ ਜ਼ਿਆਦਾ ਢਾਹ ਲਾਈ ਹੈ ਕਿ ਸੂਬਿਆਂ ਕੋਲ ਪੈਸਾ ਬਚਦਾ ਹੀ ਨਹੀਂ। ਪਹਿਲਾਂ ਇੱਥੋਂ ਲੈ ਜਾਂਦੇ ਆ, ਭਾਵੇਂ ਸੇਲ ਟੈਕਸ, ਭਾਵੇਂ ਡਾਇਰੈਕਟ ਟੈਕਸ, ਭਾਵੇਂ ਹੋਰ ਟੈਕਸ, ਜਿੰਨੇ ਵੀ ਕਿਸਮ ਦੇ ਟੈਕਸ ਹੈਗੇ ਆ, ਲੈ ਕੇ ਤੇਲ ਹੀ ਨਹੀਂ ਮਾਣ 3.25 ਲੱਖ ਕਰੋੜ ਰੁਪਈਆ ਤੇਲ ਤੋਂ ਹੀ ਕੱਢੀ ਜਾਂਦੇ ਲੋਕ। ਗੈਸ ਨੂੰ 125 ਰੁਪਈਆ 1 ਮਹੀਨੇ ਦੇ ਅੰਦਰ ਗੈਸ ਵਧਾਤੀ। LPG ਗੈਸ ਜਿਹੜੇ ਸਿਲੰਡਰ ਆ, ਪਰ ਸਿਲੰਡਰ ਜਿਹੜੀ 400 ਹੁੰਦੀ ਸੀ 850 ਦੇ ਨੇੜੇ ਤੇੜੇ ਪਹੁੰਚਾਤੀ ਹੈ। ਇਹ ਜਿਹੜੀ ਇੰਨੀ ਲੁੱਟ ਪਾਈ ਹੋਈ ਆ, ਇਹ ਪੈਸਾ ਕੇਂਦਰ ਕੋ ਜਾ ਰਿਹਾ। ਜਦੋਂ ਪੈਸਾ ਹੀ ਕੇਂਦਰ ਕੋ ਆ ਤੇ ਸੂਬੇ ਕਾਹਦੇ ਨਾਲ ਖਰੀਦਣਗੇ? ਸੂਬਿਆਂ ਕੋਲ ਤੇ ਆਪਣੀ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ, ਉਹ ਵੀ ਆਪਣੀਆਂ ਜਿਹੜੀਆਂ ਬਿਲਡਿੰਗਾਂ, ਸਰਕਾਰੀ ਬਿਲਡਿੰਗਾਂ ਗਿਰਵੀ ਰੱਖ ਕੇ, ਪਿੱਛੇ ਅਕਾਲੀ ਦਲ ਵੀ ਕਰਦਾ ਰਿਹਾ, ਤਨਖਾਹਾਂ ਦਾ ਪੈਸਾ ਇਕੱਠਾ ਕਰਦੇ ਰਹੇ। ਹਾਲਤ ਬਹੁਤ ਮਾੜੀ ਹੈ। 2.5 ਲੱਖ ਕਰੋੜ ਰੁਪਈਆ ਤਕਰੀਬਨ ਪੰਜਾਬ ਗੌਰਮੈਂਟ ਦੇ ਉੱਪਰ ਕਰਜ਼ਾ ਹੋ ਚੁੱਕਾ। ਜਦੋਂ ਤੱਕ ਸਰਕਾਰ ਨੇ ਜਾਣਾ, ਉਹ ਪੌਣੇ 3 ਲੱਖ ਕਰੋੜ ਤੱਕ ਕਰ ਦੇਣਗੇ। ਛੜੱਪੇ ਮਾਰ ਕੇ ਵੱਧ ਰਿਹਾ, ਜਾਨੀ ਕਰਜ਼ਾ ਸੂਬਿਆਂ ਦਾ ਇਨਕਰੀਜ਼ਿੰਗ ਐਟ ਇਨਕਰੀਜ਼ਿੰਗ ਰੇਟ ਕਹਿੰਦੇ ਆ ਕਿ ਹਰ ਸਾਲ ਉਹਦਾ ਅਮਾਊਂਟ ਕਰਜ਼ੇ ਦੀ ਕਿਸ਼ਤ ਵਧੀ ਜਾ ਰਹੀ। ਅਸੀਂ ਵਿਸ਼ੀਅਸ ਸਰਕਲ 'ਚ ਫਸੇ ਹੋਏ ਹਾਂ, ਬਹੁਤ ਬੁਰਾ ਹਾਲ ਆ। ਇਹ ਕਹਿਣਾ ਨਵਜੋਤ ਸਿੱਧੂ ਦਾ ਕਿ ਸੂਬੇ ਆਪ ਖਰੀਦ ਲੈਣ, ਜੀ ਕਾਹਦੇ ਨਾਲ? ਜੂਆਂ ਨਾਲ ਖਰੀਦ ਲੈਣਗੇ, ਪੱਲੇ ਤੇ ਕੱਖ ਵੀ ਨਹੀਂ ਹੈ। ਦਾ ਕਰਦਾ ਫਿਰਦਾ ਮੇਲਾ ਇਹ ਨਹੀਂ, ਇਸ ਤਰ੍ਹਾਂ ਨਹੀਂ ਹੈ। ਇਸ ਕੇਂਦਰ ਹੀ ਖਰੀਦੂਗਾ। ਉਹਦਾ ਕਾਰਨ ਵੀ ਮੈਂ ਦੱਸ ਦੇਣਾ ਕਿਉਂ ਕੇਂਦਰ ਖਰੀਦੂਗਾ ਸ਼ਹਿਰੀ। ਇੱਕ 2013 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਨੇ ਐਕਟ ਬਣਾਇਆ ਸੀਗਾ, ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013, ਜਾਨੀ 2013। ਉਹਦੇ 'ਚ ਕੇਂਦਰ ਦੀ ਇਹ ਜ਼ਿੰਮੇਵਾਰੀ ਆ ਕਿ ਉਹਨਾਂ ਨੇ 81 ਕਰੋੜ ਲੋਕਾਂ ਨੂੰ 1 ਰੁਪਏ ਕਿਲੋ ਬਾਜਰਾ, 2 ਰੁਪਏ ਕਿਲੋ ਕਣਕ, 3 ਰੁਪਏ ਕਿਲੋ ਚੌਲ, ਇਹ ਉਹਨਾਂ ਨੂੰ ਮੁਹੱਈਆ ਕਰਾਉਣੇ ਆ 81 ਕਰੋੜ ਲੋਕਾਂ ਨੂੰ, ਜਾਨੀ 75% ਰੂਰਲ ਪਾਪੂਲੇਸ਼ਨ ਨੂੰ, 50% ਅਰਬਨ ਪਾਪੂਲੇਸ਼ਨ ਨੂੰ। ਉਹਨਾਂ ਨੂੰ ਸਬਸਿਡਾਈਜ਼ਡ ਅਸੀਂ ਅਨਾਜ ਦੇਣਾ। ਉਹ ਅਨਾਜ ਆਉਣਾ ਕਿੱਥੋਂ ਹੈ? ਜੇ FCI ਜਾਂ ਹੋਰ ਚੀਜ਼ਾਂ ਜਿਹੜੀਆਂ ਏਜੰਸੀਆਂ ਸਰਕਾਰੀ ਖਰੀਦਣਗੀਆਂ ਨਹੀਂ। ਇਹ ਕਹਿ ਰਹੇ ਆ ਕਿ ਜਿਹੜੀ FCI ਸਰਕਾਰੀ ਏਜੰਸੀ, ਪਬਲਿਕ ਸੈਕਟਰ ਏਜੰਸੀ ਸਮਝ ਲਓ, ਉਹ ਘਾਟੇ ਤੇ ਆ। ਸਰਕਾਰ ਨੂੰ ਹਮੇਸ਼ਾ ਉਹਨੂੰ ਪੈਸਾ ਦੇਣਾ ਪੈਂਦਾ। ਇਸ ਕਰਕੇ ਜਿਹੜਾ ਵੀ ਪਬਲਿਕ ਸੈਕਟਰ ਘਾਟੇ ਤੇ ਆ, ਉਹਨੂੰ ਜਿਸ ਤਰ੍ਹਾਂ ਮੁਰਗੀ ਦੀ ਧੌਣ ਮਰੋੜ ਦਿੰਦੇ ਆ, ਧੌਣ ਮਰੋੜ ਕੇ ਸੁੱਟ ਦੋ ਤੇ ਉਹਦਾ ਮੀਟ ਜਿਹੜਾ ਹੈ ਕਾਰਪੋਰੇਟਾਂ ਨੂੰ ਖਵਾ ਦਿਓ। ਨਾਲੇ ਤੇ ਮੁਰਗੀ ਨੂੰ ਦਾਣਾ ਪਾਉਣ ਤੋਂ ਬਚੇ, ਵਿਹਲੀ ਸੀਗੀ, ਜਿਹੜੀ ਘਾਟੇ ਬੰਦਾ ਸੌਦਾ ਸੀਗਾ, ਤੇ ਨਾਲੇ ਆਪਾਂ ਕਾਰਪੋਰੇਟਾਂ ਨੂੰ ਖੁਸ਼ ਕਰ ਲਿਆ। ਇਹ ਹਾਲਤ ਆ ਸਾਡੇ ਦੇਸ਼ ਦੇ ਅੰਦਰ। ਤੇ ਉਹ FCI ਦਾ ਇਹਨਾਂ ਨੇ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀਗੀ 5-6 ਸਾਲ ਪਹਿਲਾਂ। ਉਹਨੇ ਰਿਪੋਰਟ ਦਿੱਤੀ ਹੋਈ ਹੈ
ਕਿ ਐਫਸੀਆਈ ਹੁਣ ਹੋਰ ਬਹੁਤਾ ਅਨਾਜ ਨਹੀਂ ਖਰੀਦਿਆ ਕਰੂਗੀ, ਲਿਮਟਿਡ ਖਰੀਦੂਗੀ ਜਿੰਨਾ ਲੋੜ ਹੋਊਗੀ। ਬਾਕੀ ਭਾਂਡੇ ਟਿੰਡੇ ਸਾਂਭ ਲੇਰੀ ਆਈ ਹੈ, ਜਾਣੀ ਹੁਣ ਜਿਹੜੀ ਮਾਰਕੀਟ ਲਿਬਰਲਿਜ਼ਮ ਦੀ, ਉਦਾਰਵਾਦੀ ਨੀਤੀਆਂ ਦੀ ਕਾਲੀ ਨੇਰੀ ਆ ਗਈ ਹੈ। ਜਿਹੜਾ ਰੁੜ ਗਿਆ, ਜਿਹੜਾ ਬਚ ਗਿਆ। ਇਹ ਉਹਨੇ ਉਦੋਂ ਸੰਖ ਪੂਰ ਕੇ ਬਿਗਲ ਵਜਾਤਾ ਸੀਗਾ ਸ਼ਾਂਤਾਕਾਰ ਕਮੇਟੀ ਨੇ। ਉਹ ਤੇ ਰੁਲ ਗਈ, ਦੱਬੀ ਗਈ, ਕਿਉਂਕਿ ਉਹਦੇ ਉਲਟ ਕਿਸਾਨਾਂ ਨੇ ਰੌਲਾ ਤੇ ਪਾਇਆ ਸੀਗਾ। ਆ ਜਿਹੜੀ ਕਮਿਸ਼ਨ, ਕਿਹੜਾ ਕਮਿਸ਼ਨ ਬਾਰ-ਬਾਰ ਕਹਿੰਦੇ ਆ, ਸਵਾਮੀਨਾਥਨ ਕਮਿਸ਼ਨ, ਤੇ ਉਹਦੇ ਵਿੱਚ ਤੇ ਜਿਹੜੀ ਇਨਕਮ ਦੁੱਗਣੀ ਕਰਨੀ ਆ, ਮੋਦੀ ਜੀ ਵੀ ਕਹਿੰਦੇ ਆ। ਅਸਲ ਮਾਨਿਆਂ ਦੇ ਵਿੱਚ ਉਹ ਇੱਕ ਪੰਜਾਬੀ ਦੀ ਕਹਾਵਤ ਆ, ਉਹ ਕਹਿੰਦੀ ਮੈਨੂੰ ਨੱਥ ਕਢਾ ਦੇ। ਉਹ ਕਹਿੰਦਾ, ਉਹ ਸੋਚੀ ਬੈਠਾ ਸੀ ਵੀ ਇਹਦਾ ਨੱਕ ਹੀ ਨਹੀਂ ਰਹਿਣ ਦੇਣਾ ਮੈਂ, ਇਹ ਨੱਥ ਲੱਭਦੀ ਆ। ਜਾਣੀ ਸੈਂਟਰ ਕਹਿੰਦਾ ਮੈਂ ਬਾਂਸ ਨਹੀਂ ਰਹਿਣ ਦੇਣਾ, ਇਹ ਕਹਿੰਦੇ ਬੰਸਰੀ ਦਿਓ ਜੀ ਸਾਨੂੰ। ਇਹ ਹਾਲਤ ਹੈ ਇਸ ਵੇਲੇ ਸੂਬੇ ਤੇ ਕਿਸਾਨਾਂ ਦੇ, ਸੈਂਟਰ ਤੇ ਕਿਸਾਨਾਂ ਵਿਚਾਲੇ ਬਣੀ ਆ। ਬਾਕੀ ਮੋਰਚੇ ਤੁਸੀਂ ਦੇਖ ਹੀ ਰਹੇ ਆ। ਇਹ ਜਿਹੜੀ ਇਹੋ ਜਿਹੀਆਂ ਜਿਹੜੀ ਲੂਜ਼ ਐਵੇਂ ਗੱਲਾਂ ਕਰਨੀਆਂ, ਹਵਾਈ ਗੱਲਾਂ ਕਰਨੀਆਂ, ਸਿੱਧੂ ਸਾਹਿਬ ਸਿਆਣੇ ਬੰਦੇ ਆ, ਬੜੀ ਪਪੂਲੈਰਿਟੀ ਆ ਉਹਨਾਂ ਦੇ ਯੂਥ ਵਿੱਚ, ਬੜੀ ਇਮੇਜ ਆ, ਛਵੀ ਆ। ਪਰ ਜੇ ਹੁਣ ਨਹੀਂ ਪਾਰਟੀ ਵੀ ਉਹਨਾਂ ਨੂੰ ਝੱਲਦੀ, ਜਾਂ ਕੈਪਟਨ ਸਾਹਿਬ ਨਹੀਂ ਉਹਨਾਂ ਨੂੰ ਝੱਲਦੇ, ਜਾਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਅੜਫੜ ਜੀ ਰਹਿੰਦੀ ਆ, ਤੇ ਉਸ ਕਰਕੇ ਨਹੀਂ, ਕਿਉਂਕਿ ਕੈਪਟਨ ਤੇ ਕੈਪਟਨ ਆ, ਮਹਾਰਾਜਾ ਵੀ ਆ, ਚੀਫ ਮਿਨਿਸਟਰ ਹੈਗਾ, ਹੋਮ ਮਿਨਿਸਟਰ ਵੀ ਹੈਗਾ, ਜਿਹਦੇ ਕੋਲ ਇੰਨਾ ਕੁਝ ਪਿਆ ਹੋਵੇ। ਬਾਕੀ ਗੱਲਾਂ ਨਹੀਂ ਆਪਾਂ ਕਰਨੀਆਂ, ਇੰਨਾ ਕੁਝ ਪਿਆ ਹੋਵੇ। ਬਿਲਕੁਲ ਪ੍ਰੋਫੈਸਰ ਸਾਹਿਬ, ਕੁਝ ਗੱਲਾਂ ਦੇ ਵਿੱਚ ਮੈਂ ਇਹ ਜ਼ਰੂਰ ਕਰਨਾ ਚਾਹਾਂਗੀ। ਪ੍ਰਗਟ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਵੀ ਨਵਜੋਤ ਸਿੰਘ ਸਿੱਧੂ ਜੋ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ। ਪ੍ਰਗਟ ਸਿੰਘ ਹਮਾਇਤ ਕਰਦੇ ਨਜ਼ਰ ਆਏ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਹੈ। ਪਰ ਬਾਕੀ ਕੈਪਟਨ ਵਾਲੀ ਸਾਈਡ ਤੋਂ ਜੇ ਦੇਖਿਆ ਜਾਵੇ, ਨੋ ਡਾਊਟ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਅਸੀਂ ਸਾਰੇ ਜਾਣਦੇ ਹਾਂ। ਹੁਣ ਜਦੋਂ ਕੈਪਟਨ ਦੀ ਸਾਈਡ ਦੇ ਵਿੱਚ ਕੋਈ ਵੀ ਨਹੀਂ ਬੋਲਿਆ ਵੀ ਚਲੋ ਜੇ ਨਵਜੋਤ ਸਿੰਘ ਸਿੱਧੂ ਨੂੰ ਸਹੀ ਨਹੀਂ ਕਹਿਣਾ ਵੀ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿ ਰਿਹਾ ਜਾਂ ਜਿਹੜੀਆਂ ਹਦਾਇਤਾਂ ਦੇ ਰਹੇ ਨੇ ਬਿੱਲਾਂ ਦੇ ਉੱਤੇ ਕੈਪਟਨ ਸਰਕਾਰ ਨੂੰ, ਉਹ ਗਲਤ ਹੈ ਜਾਂ ਸਹੀ ਹੈ, ਕਿਸੇ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਇਹਦਾ ਕਾਰਨ ਦੇਖਿਆ ਤੁਸੀਂ ਕੀ ਹੋ ਸਕਦਾ ਪ੍ਰੋਫੈਸਰ ਸਾਹਿਬ, ਕੀ ਇਹਦਾ ਕਾਰਨ ਕੱਢਿਆ ਜਾਏ ਵੀ ਨਵਜੋਤ ਸਿੰਘ ਸਿੱਧੂ ਵਾਲੀ ਸਾਈਡ ਤੇ ਤਾਂ ਕੋਈ ਨਾ ਕੋਈ ਖੜਾ ਹੋ ਕੇ ਗੱਲ ਕਿਹਾ ਗਿਆ ਵੀ ਬਿਲਕੁਲ ਸਹੀ ਕਹਿ ਰਹੇ ਨੇ। ਕੈਪਟਨ ਦੇ ਸਮਰਥਨ ਦੇ ਵਿੱਚ ਕੋਈ ਵੀ ਮੰਤਰੀ ਇਹ ਉੱਤਰ ਕੇ, ਕੋਈ ਵੀ ਲੀਡਰ ਇਹ ਗੱਲ ਨਹੀਂ ਕਹਿੰਦਾ ਨਜ਼ਰ ਆਇਆ ਵੀ ਨਵਜੋਤ ਸਿੰਘ ਸਿੱਧੂ ਸਹੀ ਕਹਿ ਰਹੇ ਨੇ ਜਾਂ ਗਲਤ। ਉਹ ਦੇਖੋ, ਇਹ ਸਾਰਾ ਵੋਟਾਂ ਦਾ ਖੇਲ ਹੈਗਾ। ਨਵਜੋਤ ਸਿੰਘ ਸਿੱਧੂ ਪਾਪੂਲਰ ਚਿਹਰਾ ਆ, ਉਹਨੂੰ ਉਹਦੇ ਮੂੰਹ ਖੋਲ ਕੇ ਲੋਕੀ ਕਹਿੰਦੇ ਯਾਰ ਗਾਂ ਚੋਣਾਂ ਆਈਆਂ, ਐਵੇਂ ਨਵੀਂ ਕੰਟਰੋਵਰਸੀ ਚ ਪੈ ਜਾਗੇ, ਢੱਕੀ ਰਿੱਝੇ ਕੋਈ ਨਾ ਬੁੱਝੇ, ਬੋਲਣ ਦਿਓ, ਹਵਾ ਚ ਉੱਡ ਜਾਣੀਆਂ। ਅੱਜ ਉਹਨਾਂ ਨੇ ਕਿਹਾ ਸ਼ਾਮ ਨੂੰ ਅਸੀਂ ਡਿਸਕਸ ਕਰਕੇ ਮਗਰੋਂ ਢੱਕਣ ਪੈ ਜਾਣਾ, ਲੱਗ ਜਾਣਾ ਇਹਦੇ ਤੇ, ਮਗਰੋਂ ਫਿਰ ਕੋਈ ਹੋਰ ਗਾਂ ਅਗਲੇ ਨਵੀਂ ਗੱਲ ਇਸ਼ੂ ਆ ਜਾਊਗਾ। ਇਹਦੇ ਚ ਕੀ ਹੈ, ਇਹੋ ਜਿਹੀਆਂ ਗੱਲਾਂ ਹਵਾ ਚ ਉੱਡ ਜਾਂਦੀਆਂ। ਉਹ ਇਸ ਕਰਕੇ ਬੜੇ ਸਿਆਣੇ ਆਏ ਜਿਹੜੇ ਪੋਲੀਟੀਸ਼ੀਅਨ ਹੁੰਦੇ, ਜਿੰਨਾ ਕੁ ਅਸੀਂ ਨੱਕ ਸਾਡਾ ਤੇਜ਼ ਆ, ਉਹਨਾਂ ਦਾ ਸਾਡੇ ਨਾਲੋਂ 10 ਗੁਣਾ ਤੇਜ਼ ਆ। ਉਹ ਫਿਰ ਇਸ ਕਰਕੇ ਪ੍ਰਗਟ ਉਹਨਾਂ ਦਾ ਰਾਈਟ ਹੈਂਡ ਆ। ਪ੍ਰਗਟ ਤੇ ਜਾਨੀ ਇਹ ਦੋ ਬਦਨ ਆ, ਇੱਕ ਰੂਹ ਆ, ਇੱਕ ਆਤਮਾ ਆ, ਉਹ ਇੱਕੋ ਹੀ ਚੀਜ਼ ਹੈਗੇ ਆ। ਹਾਲਾਂਕਿ ਮੈਨੂੰ ਇੰਨਾ ਵੀ ਪਤਾ, ਪ੍ਰਗਟ ਅਸੀਂ ਉਹਨਾਂ ਨੂੰ ਅਕਸਰ ਕਦੇ ਉਹਨਾਂ ਦੀ ਗਾਹੇ ਬਗਾਹੇ ਮੁਲਾਕਾਤ ਹੋ ਜਾਂਦੀ ਆ। ਉਹ ਬਿਲਕੁਲ ਬਰਾਬਰ ਦੇ ਕੈਪਟਨ ਆ। ਉਹ ਗੱਲ ਅਲੱਗ ਆ ਕਿ ਉਹ ਹਾਕੀ ਦੇ ਕੈਪਟਨ ਆ, ਹੈਨਾ, ਤੇ ਇਧਰ ਜਿਹੜੇ ਫੌਜ ਦੇ ਕੈਪਟਨ ਹੈਗੇ, ਪਰ ਚੋਟ ਕਾਫੀ ਬਰਾਬਰ ਦੀ, ਉਹ ਵੀ ਠੋਕਦੇ ਆ, ਮੰਜੀ ਠੋਕ ਹੈਗੇ ਆ। ਤੇ ਸਿੱਧੂ ਜਿਹੜਾ ਕਿਉਂਕਿ ਮਿਨਿਸਟਰ ਦੀ ਥੋੜੀ ਜਿਹੀ ਤਾਂਗ ਰਹਿੰਦੀ ਆ, ਉਹ ਮੰਜੀ ਤੇ ਠੋਕਦੇ ਆ, ਪਰ ਟੇਢੇ ਢੰਗ ਨਾਲ, ਤੇਸਾ ਨਹੀਂ ਦਿਖਣ ਦਿੰਦੇ। ਤੇ ਤੁਸੀਂ ਜਿਵੇਂ ਦੱਸਿਆ ਹੀ ਹੈਗਾ, ਇਸ ਕਰਕੇ ਉਹਨਾਂ ਦਾ ਕਹਿਣਾ, ਉਹਦੇ ਸ਼ਰੇ ਬਾਜ਼ਾਰ ਉਹ ਤੇ ਲਿਖ ਕੇ ਕਹਿੰਦੇ ਆ, ਪ੍ਰੈਸ ਕਾਨਫਰੰਸਾਂ ਕਰਕੇ ਪ੍ਰਗਟ ਕਹਿੰਦਾ ਆ। ਪ੍ਰਗਟਿਆ ਹੀ ਰਹਿੰਦਾ, ਉਹ ਨਹੀਂ ਕਿਤੇ ਜਾਨੀ ਲੁਕਦਾ ਛਿਪਦਾ, ਉਹ ਐਨ ਪ੍ਰਗਟ ਹੋ ਕੇ ਗੱਲ ਕਰਦੇ, ਬਿਲਕੁਲ ਠੋਕ ਕੇ ਗੱਲ ਕਰਦੇ, ਜਿਹੋ ਜਿਹਾ ਨਾ ਉਹੋ ਜਿਹੀ ਉਹਨਾਂ ਦੇ ਸਟੈਂਡ। ਔਰ ਕੈਪਟਨ ਸਾਹਿਬ ਨੂੰ ਉਹ ਮਤਲਬ ਚੁਣੌਤੀ ਬੜੇ ਨੰਗੇ ਧੜ ਦਿੰਦੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਬਾਜਵਾ ਹੁਣੀ ਹੋਰ ਵੀ ਕਰਦੇ ਰਹਿੰਦੇ ਸਾਰੇ ਜਿਹੜੇ ਉਹਨਾਂ ਦੇ ਨਾਲ ਦਾ ਬਾਕੀ ਟੋਲਾ, ਪਰ ਹਰ ਪਾਰਟੀ ਚ ਇੱਧਰ ਹਰਿਆਣੇ ਚ ਵਿਜ ਵਰਸੇਜ ਖੱਟੜ ਲਗਾਤਾਰ ਰਹਿੰਦੀ ਆ। ਕਿ ਤੁਸੀਂ ਡੀਜੀਪੀ ਪੁਲਿਸ ਦਾ ਕਿਹਨੂੰ ਬਣਾਉਣਾ, ਰੋਜ਼ ਖਬਰਾਂ ਆਉਂਦੀਆਂ ਸਾਰੀਆਂ ਪਾਰਟੀਆਂ ਚ ਹੁੰਦਾ, ਕੋਈ ਵੱਡੀ ਗੱਲ ਨਹੀਂ। ਜਿਹੜੀ ਤੁਸੀਂ ਦੂਜੀ ਗੱਲ ਕਹੀ ਆ, ਮੈਂ ਲਾਸਟ ਗੱਲ ਇਹੀ ਕਹਿਣੀ ਆ ਕਿ ਇੱਕ ਕੈਪਟਨ ਦੇ ਹੱਕ ਚ ਕਿਉਂ ਨਹੀਂ ਖੜੇ ਹੋਏ। ਇਹਦਾ ਮਤਲਬ ਇਹ ਨਹੀਂ ਕਿ ਕੈਪਟਨ ਤੋਂ ਬਗਾਵਤ ਆ, ਇਹਦਾ ਮਤਲਬ ਇਹ ਹੈਗਾ ਕਿ ਉਹ ਸਿੱਧੂ ਨਾਲ ਕੋਈ ਉਹਦੇ ਵਿਰੁੱਧ ਬਿਆਨਬਾਜ਼ੀ ਕਰਕੇ ਆਪਣੇ ਗੱਲ ਕੋਈ ਨਵੇਂ ਭੂੰਡ ਨਹੀਂ ਪਾਉਣਾ ਚਾਹੁੰਦੇ, ਉਹ ਚੁੱਪ ਕਰਕੇ ਆਪਣਾ ਟਾਈਮ ਕੱਢਣਾ ਚਾਹੁੰਦੇ, ਬਸ ਇੰਨੀ ਗੱਲ ਹੈ। ਹਾਂਜੀ ਜੀ ਪ੍ਰੋਫੈਸਰ ਸਾਹਿਬ, ਅੱਗੇ ਅਸੀਂ ਜਦੋਂ ਹੁਣ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਸਵਾਲ ਖੜਾ ਹੁੰਦਾ ਡੈਮੋਕ੍ਰੇਸੀ ਤੇ, ਵੀ ਡੈਮੋਕ੍ਰੇਸੀ ਜਿਹੜੀ ਹੈ, ਜਿਹੜਾ ਲੋਕਤੰਤਰ ਹੈ, ਉਹ ਇਸ ਵੇਲੇ ਕਿੱਥੇ ਸਟੈਂਡ ਕਰ ਰਿਹਾ, ਕਿੱਥੇ ਖੜਾ ਹੈ।
ਹਾਲਾਤ ਕੀ ਦੇ ਕੀ ਬਣਦੇ ਜਾ ਰਹੇ ਨੇ। ਅਸੀਂ ਦੇਖਿਆ ਕਿ ਜੇ ਕੋਈ ਖੇਤੀ ਕਾਨੂੰਨ ਬਿੱਲਾਂ ਦੇ ਹੱਕ ਦੇ ਵਿੱਚ ਜਾਂ ਸਮਰਥਨ ਦੇ ਵਿੱਚ ਕੁਝ ਬੋਲ ਦਿੰਦਾ ਹੈ ਜਾਂ ਕੁਝ ਲਿਖ ਦਿੰਦਾ ਹੈ ਜਾਂ ਸੋਸ਼ਲ ਮੀਡੀਆ ਤੇ ਕੁਝ ਪਾ ਰਿਹਾ, ਉਹਦੀ ਵੀ ਪੂਰੀ ਤਰੀਕੇ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਟਾਈਮ ਅਸੀਂ ਦੇਖਿਆ ਕਿ ਬਾਲੀਵੁੱਡ ਸਿਤਾਰੇ ਜਿਨ੍ਹਾਂ ਦੇ ਉੱਤੇ ਹੁਣ ਤੱਕ ਬਹੁਤ ਸਾਰੇ ਬਾਲੀਵੁੱਡ ਸਟਾਰ ਅਜਿਹੇ ਸਨ ਜਿਨ੍ਹਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਸੀ ਵੀ ਕਿਉਂ ਨਹੀਂ ਬੋਲਦੇ। ਬਹੁਤ ਸਾਰੇ ਚਿਹਰੇ, ਹੁਣ ਅਸੀਂ ਬਹੁਤ ਨਾਮ ਲੈ ਚੁੱਕੇ ਹਾਂ, ਹੁਣ ਨਾਮ ਤੱਕ ਹੀ ਲੈਣੇ ਆ। ਪਰ ਹਾਲ ਹੀ ਦੇ ਵਿੱਚ ਦੇਖਿਆ ਕਿ ਤਾਪਸੀ ਪੰਨੂ ਹੋ ਗਏ, ਅਨੁਰਾਗ ਕਸ਼ਯਪ ਹੋ ਗਏ, ਇਹਨਾਂ ਨੂੰ ਬਹੁਤ ਲਪੇਟੇ 'ਚ ਲਿਆ ਜਾ ਰਿਹਾ। ਔਰ ਹੁਣ ਜਦੋਂ ਇਨਕਮ ਟੈਕਸ ਵਿਭਾਗ ਵਾਲੇ ਜਦੋਂ ਇਹਨਾਂ ਕੋਲ ਪਹੁੰਚੇ ਆ, ਛਾਨਬੀਨ ਕੀਤੀ ਜਾ ਰਹੀ ਹੈ ਕਿਸੇ ਮੂਵੀ ਨੂੰ ਲੈ ਕੇ, ਕੋਈ ਫੈਂਟਮ ਫਿਲਮ ਸੀ ਸ਼ਾਇਦ, ਉਹਨੂੰ ਲੈ ਕੇ ਟੈਕਸਾਂ ਦਾ ਇਸ਼ੂ ਚੱਲ ਰਿਹਾ ਤੇ ਉਹਨੂੰ ਲੈ ਕੇ ਇੰਨਾ ਕੁਛ ਮਤਲਬ ਆਸੇ ਪਾਸੇ ਚੱਲ ਰਿਹਾ। ਔਰ ਇਹ ਕੀ ਹੁਣ ਬਣਦਾ ਨਜ਼ਰ ਆ ਰਿਹਾ। ਇਸੇ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਤੇ ਜਾਵੜੇਕਰ ਆਪਸ ਦੇ ਵਿੱਚ ਭਿੜਦੇ ਨਜ਼ਰ ਆਏ, ਮੇਣੋ ਮੇਣੀ ਹੁੰਦੇ ਨਜ਼ਰ ਆਏ, ਮੁਹਾਵਰਿਆਂ ਦੇ ਨਾਲ ਉਹਨਾਂ ਨੇ ਇੱਕ ਦੂਜੇ ਨੂੰ ਤੰਜ ਕੱਸਦੇ ਨਜ਼ਰ ਆਏ ਨੇ। ਤੇ ਚੱਲ ਕੀ ਰਿਹਾ ਹੈ, ਡੈਮੋਕ੍ਰੇਸੀ ਕਿੱਥੇ ਟਿਕ ਰਹੀ ਹੈ? ਕਿਉਂਕਿ ਇਸ ਤੋਂ ਬਾਅਦ ਇਸ ਗੱਲ ਦੇ ਉੱਤੇ ਫਾਰੂਕ ਅਬਦੁੱਲਾ ਵਾਲੇ ਅਸੀਂ ਬਿਆਨ ਤੇ ਵੀ, ਫਾਰੂਕ ਅਬਦੁੱਲਾ ਵਾਲਾ ਜੋ ਇਸ਼ੂ ਚੱਲ ਰਿਹਾ ਉਸ ਤੇ ਵੀ ਅਸੀਂ ਇਸੇ ਡੈਮੋਕ੍ਰੇਸੀ ਨਾਲ ਉਹਨੂੰ ਜੋੜ ਕੇ ਦੇਖ ਰਹੇ ਹਾਂ। ਸੋ ਪਲੀਜ਼ ਇਸ ਬਾਰੇ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ? ਸ਼ਹਿਰੀ ਇੱਕ ਗੱਲ ਬੜੀ ਸਾਫ਼ ਆ ਕਿ ਜਿਹੜਾ ਹੋਣ ਵਾਲੀ ਸਰਕਾਰ ਆ ਉਹ ਸੱਤਾ ਦੇ ਲਾਲਚ ਵਿੱਚ ਬਿਲਕੁਲ ਸੱਤਾ ਨਹੀਂ ਛੱਡਣਾ ਚਾਹੁੰਦੀ। ਤੇ ਵਿੱਚ ਤੇ ਕਹਿੰਦੇ ਅਸੀਂ 2050 ਤੱਕ ਨਹੀਂ ਜਾਣਾ, 2050 ਤੱਕ ਤੇ ਮਰ ਖਪ ਜਾਣਾ, ਦੇਸ਼ ਹੀ ਖਤਮ ਹੋ ਜਾਣਾ ਤੇ ਬਾਕੀ ਫਿਰ ਤੁਸੀਂ ਕਿਹੜੇ ਮੁਰਦਿਆਂ ਦੇ ਰਾਜ ਕਰੋਗੇ। ਜੋ ਹਾਲਾਤ ਅੱਜ ਦੀ ਚੱਲ ਰਹੀ ਹੈ, ਜੇ ਇਹਨੂੰ ਪ੍ਰੋਜੈਕਸ਼ਨ 2050 ਤੱਕ ਕਰੋਗੇ, 30 ਸਾਲ ਬਾਅਦ ਤੱਕ ਸੋਚੋ ਤਾਂ ਇੱਥੇ ਕੀ ਬਚੂਗਾ। ਇੱਥੇ ਤੇ ਕਿੱਕਰਾਂ ਦੀ ਰਹਿਣੀਆਂ, ਬੰਦਿਆਂ ਦੀ ਤੇ ਗੱਲ ਛੱਡੋ। ਇਹ ਕਿਸਮ ਦੀ ਸੋਚ, ਇਹਨਾਂ ਸੱਤਾ ਦਾ ਪਿਆਰ ਤੇ ਜਿਹੜਾ ਇਹ ਸਾਡੇ ਹੋਣ ਵਾਲੇ ਪ੍ਰਧਾਨ ਮੰਤਰੀ ਹੈਗੇ ਆ ਜਾਂ ਇਹਨਾਂ ਦੀ ਸਰਕਾਰ, ਇਹ ਸੱਤਾ ਜੀਵੀ ਹੈ। ਸੱਤਾ ਤੋਂ ਬਗੈਰ ਇਹਨਾਂ ਨੂੰ ਐਵੇਂ ਲੱਗਦਾ ਜਿਵੇਂ ਮੱਛੀ ਪਾਣੀ ਬਗੈਰ ਤੜਪਦੀ ਆ। ਇਹਨਾਂ ਦੇ ਵਿੱਚ ਇਹੋ ਜਿਹੀ ਇਨਸਿਕਿਉਰਿਟੀ ਪੈਦਾ ਹੁੰਦੀ। ਇਸੇ ਲਈ ਇਹ ਲਾਲਚ ਹਰ ਤਰੀਕੇ ਦਾ ਕਿ ਸੱਤਾ ਨਹੀਂ ਛੱਡਣੀ, ਭਾਵੇਂ ਮਰਦੇ ਮਰ ਜਾਈਏ, ਦੇਸ਼ ਉੱਜੜਦਾ ਇਕੱਠਾ ਰਹਿੰਦਾ ਇਕੱਠਾ ਰਹੇ, ਟੁੱਟਦਾ ਤੇ ਟੁੱਟ ਜਾਏ, ਜੋ ਮਰਜ਼ੀ ਹੋ ਜਾਏ, ਸੱਤਾ ਨਹੀਂ ਛੱਡਣੀ ਹਰ ਹਰਬਾ। ਉਹਦੇ ਲਈ ਇਹਨਾਂ ਨੇ ਸਭ ਤੋਂ ਵਧੀਆ ਤਰੀਕਾ ਕੱਢਿਆ ਆ ਕਿ ਇੱਕ ਤੇ ਦੇਸ਼ ਦੇ ਅੰਦਰ ਭੈ ਦੀ ਰਾਜਨੀਤੀ, ਉਸ ਦੇ ਨਾਲ ਰੇਡ, ਇਨਕਮ ਟੈਕਸ, ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਜਿਹਨੂੰ ਕਹਿੰਦੇ ਆ, ਆਈਬੀ ਜਿਹੜੀ ਆ ਇੰਟੈਲੀਜੈਂਸ ਬਿਊਰੋ, ਇਹ ਬਹੁਤ ਏਜੰਸੀਆਂ, ਸੀਬੀਆਈ, ਕਈ ਕੁਛ ਇਹਨਾਂ ਕੋਲ ਤਾਮਝਾਮ ਹੈਗਾ, ਉਹ ਪਿੱਛੇ ਲਾ ਦਿੰਦੇ ਉਹਨਾਂ ਦੇ, ਹੈ ਨਾ। ਤੇ ਉਹ ਲਾ ਕੇ ਫਿਰ ਲੱਗ ਪੈਂਦੀਆਂ ਇਨਕੁਆਇਰੀਆਂ। ਸ਼ਰੀਫ ਬੰਦਾ ਕਹਿੰਦਾ ਕਿ ਕਿਹੜਾ ਇਹਨਾਂ ਤੋਂ, ਉਹ ਡਰ ਕੇ ਚੁੱਪ ਨਹੀਂ ਗਾ, ਡਰਦਾ ਮਾਰਾ ਬੋਲਦਾ ਨਹੀਂ ਹੈ। ਤੁਹਾਨੂੰ ਸੱਚੀ ਗੱਲ ਇਹ ਦੱਸਾਂ ਕਿ ਅਕਾਲੀ ਦਲ ਬਾਰੇ ਇਹ ਇੱਕ ਸੈਕਸ਼ਨ 'ਚ ਇਹੋ ਜਿਹਾ ਪ੍ਰਭਾਵ ਹੈਗਾ ਕਿ ਉਹ ਪਾਰਟੀ ਚੋਂ ਬਾਹਰ ਆਉਣ ਦੇ ਬਾਵਜੂਦ ਵੀ, ਜਾਣੀ ਐਨਡੀਏ ਦੇ ਗਠਬੰਧਨ ਚੋਂ ਬਾਹਰ ਆਉਣ ਦੇ ਬਾਵਜੂਦ ਆਪਣੀ ਹਰਸਿਮਰਤ ਕੌਰ ਬਾਦਲ ਨੇ ਮਿਨਿਸਟਰੀ ਵੀ ਛੱਡੀ। ਉਹ ਇਸ ਕਰਕੇ ਨਹੀਂ ਖੁੱਲ੍ਹ ਕੇ ਮੈਦਾਨ ਦੇ ਵਿੱਚ ਮੋਦੀ ਵਿਰੁੱਧ ਉਤਰੇ ਕਿ ਮੋਦੀ ਆਪਣੇ ਇਹੋ ਜਿਹੀਆਂ ਏਜੰਸੀਆਂ ਪਿੱਛੇ ਨਾ ਪਾ ਦੇ। ਹਰ ਬੰਦੇ ਦਾ ਕੁਛ ਨਾ ਕੁਛ ਤੇ ਦੇਖੋ ਊਚ ਨੀਚ ਹੁੰਦਾ ਹੀ ਆ ਜੀਂਦੇ ਜੀ। ਉਸ ਲਈ ਇਹ ਕਾਫੀ ਇਸ ਕਿਸਮ ਦੀ, ਮੇਰਾ ਤੇ ਇਹ ਕਹਿਣਾ ਕਿ ਇੱਕ ਡਰ ਔਰ ਭੈ ਔਰ ਨਫ਼ਰਤ, ਦੋ ਚੀਜ਼ਾਂ ਜਿਹੜੇ ਦੋ ਕੋਨਿਆਂ, ਦੋ ਚੀਜ਼ਾਂ ਨਾਲ ਜਿਸ ਤਰ੍ਹਾਂ ਦੋ ਆਦਮੀ ਲੱਤਾਂ ਤੇ ਚੱਲਦਾ, ਇਹਨਾਂ ਦੀ ਇਹ ਇਸ ਕਿਸਮ ਨਾਲ ਸੰਸੀ ਕਹਿ ਲਓ, ਜਮੂਰ ਹੈਗਾ ਜਿਹਦੇ ਨਾਲ ਇਹ ਹਰ ਬੰਦੇ ਨੂੰ ਫੜਦੇ ਆ। ਇੱਕ 'ਚ ਨਫ਼ਰਤ, ਦੂਜੇ 'ਚ ਭੈ। ਤੇ ਭੈ ਦਾ ਇੱਕ ਇਹ ਵੀ ਤਰੀਕਾ ਹੈਗਾ ਕਿ ਕਿਸੇ ਤੇ ਕੋਈ ਵੀ ਦੋਸ਼ ਮੜ ਦੋ, ਜਿਹੜਾ ਵੀ ਆਪਣੀ ਵਿਰੋਧੀ ਆਵਾਜ਼ ਰੱਖਦਾ ਉਹਨੂੰ ਕਹੋਗੇ ਤੇ ਦੇਸ਼ ਦੇ ਵਿਰੋਧ ਆ, ਇਹ ਤੇ ਦੇਸ਼ ਭਗਤ ਹੈ ਹੀ ਨਹੀਂ, ਇਹ ਤੇ ਦੇਸ਼ ਦੇ ਗਦਾਰ ਹੈਗੇ ਆ, ਇਹਨੂੰ ਭੇਜੋ ਪਾਕਿਸਤਾਨ। ਇਹ ਤੇ ਚੀਨ ਦੀ ਭਾਸ਼ਾ ਬੋਲਦਾ, ਇਹ ਤੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਦੀ ਭਾਸ਼ਾ ਬੋਲਦਾ। ਇਸ ਕਿਸਮ ਦੇ ਉਹਨਾਂ ਦੇ ਪਿੱਛੇ ਇਉਂ ਪੈ ਜਾਣਗੇ ਜਿਵੇਂ ਕਿਤੇ ਹਾਥੀ ਪਿੱਛੇ ਕੁੱਤੇ ਪੈਂਦੇ ਆ। ਇਸ ਕਿਸਮ ਦਾ ਬਹੁਤ ਜ਼ਿਆਦਾ ਇੱਕ ਭੈ, ਇਨਸਿਕਿਉਰਿਟੀ, ਔਰ ਕੁਛ ਕੀਤਾ ਵੀ ਹੈ। ਹੁਣ ਚਿਦੰਬਰਮ ਨੂੰ ਇਹਨਾਂ ਨੇ 100 ਦਿਨ ਜੇਲ੍ਹ ਦੇ ਵਿੱਚ ਰੱਖਿਆ ਸੀ। ਕਹਿੰਦੇ ਆ ਕਿ ਇਸ ਕਰਕੇ ਰੱਖਿਆ ਕਿ ਸ਼ਾਇਦ ਹੋਮ ਮਿਨਿਸਟਰ ਨੂੰ ਚਿਦੰਬਰਮ ਜਦੋਂ ਸੀਗਾ ਪਾਵਰ ਦੇ ਵਿੱਚ, ਉਹਨਾਂ ਨੇ ਵੀ ਕੁਛ ਇਸ ਤਰ੍ਹਾਂ ਜੇਲ੍ਹ 'ਚ ਕੁਛ ਨਾ ਕੁਛ ਕੀਤਾ ਸੀਗਾ ਜਾਂ ਕੇਸ ਪਾਏ ਸੀਗੇ, ਉਹਦੇ ਬਦਲੇ ਵੱਲੋਂ ਇਸ ਕਿਸਮ ਨਾਲ ਕੀਤਾ। ਹੁਣ ਆ ਜਿਹੜੀ ਆਪਣੀ TMC ਦੀ ਮਮਤਾ ਬੈਨਰਜੀ ਆ, ਉਹਦੇ ਨੀਜ਼ ਭਤੀਜੇ ਨੂੰ, ਉਹਦੀ ਵਾਈਫ ਨੂੰ ਕਹਿੰਦੇ 22-23 ਸਾਲ ਦੀ, ਕਹਿੰਦੇ ਕੋਲ ਸਕੈਮ ਆ ਜੀ ਉਹਨੇ। ਉਹ ਕਹਿੰਦੀ ਅਸੀਂ ਮੈਂ ਸ਼ੇਰ ਨਹੀਂ ਹੁੰਦੀ ਆ ਕੇ ਦੇਖੋ ਮੇਰੇ ਵੱਲ, ਮੈਂ ਤੁਹਾਨੂੰ ਨਹੀਂ ਕੋਈ ਸਮਝਦੀ, ਮੈਂ ਗਰਜ ਕੇ ਪੈ ਜਾਊਗੀ। ਬੰਗਾਲ 'ਚ ਆਏ ਤੇ ਮੁੜ ਕੇ ਨਿਕਲ ਕੇ ਦੇਖਿਓ ਕਿਵੇਂ ਨਿਕਲਦੇ। ਮਤਲਬ ਇਹੋ ਜਿਹੀ ਉਹਨੇ ਬੜਕ ਮਾਰੀ। ਵਾਕਿਆ ਹੀ ਉਹਨੇ ਸ਼ੇਰਾਂ ਵਾਲੀ ਗੱਲ ਕੀਤੀ ਤੇ ਫਿਰ ਮੇਰਾ ਖਿਆਲ ਉਹਦਾ ਠੰਡੌਲਾ ਹੋਇਆ। ਜੀ ਪ੍ਰੋਫੈਸਰ ਸਾਹਿਬ, ਬਥੇਰਿਆਂ ਨੂੰ ਜੀ ਪ੍ਰੋਫੈਸਰ ਸਾਹਿਬ, ਇੱਕ ਕਾਲਰ ਵੀ ਆਪਾਂ ਲੈ ਲੈਂਦੇ ਆ ਨਾਲ, ਆਪਣੇ ਕਾਲਰ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕਿਸ ਟੌਪਿਕ ਤੇ ਗੱਲ ਕਰਨਾ ਚਾਹੋਗੇ ਜੀ? ਮੈਂ ਅੱਜ ਦਾ ਜਿਹੜਾ ਕਿਸਾਨਾਂ ਦਾ ਟੌਪਿਕ ਚੱਲ ਰਿਹਾ ਉਹਦੇ ਤੇ ਜੀ ਸਰ, ਕਹਿ ਸਕਦੇ ਹੋ ਜੀ ਆਪਣੀ ਗੱਲ, ਕੀ ਕਹਿਣਾ ਚਾਹੋਗੇ?
ਹੁਣ ਉਧਰ ਚੱਲ ਰਹੀ ਹੈ ਟੀਵੀ ਤੇ ਜੀ ਸਰ ਤੁਸੀਂ ਲਾਈਵ ਦੇ ਵਿੱਚ ਹੋ, ਬਿਲਕੁਲ ਸਰ ਤੁਸੀਂ ਲਾਈਵ ਦੇ ਵਿੱਚ ਹੋ ਇਸ ਟਾਈਮ, ਤੇ ਪ੍ਰੋਫੈਸਰ ਮਨਜੀਤ ਆਪਣੇ ਨਾਲ ਜੁੜੇ ਹੋਏ ਨੇ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਹਰਭਜਨ ਚੇਰਾ ਬੋਲਦਾ ਕੈਲਗਰੀ ਤੋਂ, ਕੈਨੇਡਾ। ਤੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੋ ਕੁਛ ਇਸ ਵੇਲੇ ਜਿੱਥੋਂ ਤੱਕ ਸਿਚੁਏਸ਼ਨ ਹੋਈ ਆ, ਇੱਥੋਂ ਮੇਰੇ ਖਿਆਲ ਦੇ ਹਿਸਾਬ ਨਾਲ ਏਦਾਂ ਲੱਗਦਾ ਕਿ ਇਹਨਾਂ ਨੇ ਕੋਈ ਕਿਸਾਨਾਂ ਦੀ ਜਿਹੜੀ ਗੱਲ ਹੈਗੀ ਆ ਉਹ ਨਹੀਂ ਮੰਨਣੀ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਦੀਦਾ ਕਿ ਜਿੰਨਾ ਕੁ ਟਾਈਮ ਹੈਗਾ ਆ ਸਾਡੇ ਕੋਲ ਉਹਨੂੰ ਇਸੇ ਤਰ੍ਹਾਂ ਲਮਕਾ ਕੇ ਕਰ ਲਈਏ। ਤੇ ਗਾਹਾਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਸੋਚ, ਇਹਨਾਂ ਨੂੰ ਪਤਾ ਲੱਗ ਗਿਆ ਵੀ ਜਨਤਾ ਸਾਰੀ ਇੰਨੀ ਇਹਨਾਂ ਦੇ ਹੱਕ ਵਿੱਚ ਨਹੀਂ ਹੈਗੀ। ਸੋ ਇਸ ਕਰਕੇ ਇਹ ਚਾਹੁੰਦੇ ਆ ਵੀ ਜਿੰਨਾ ਚਿਰ ਸਾਡਾ ਚੱਲਦੀ ਆ ਸੱਤਾ ਦੇ ਵਿੱਚ ਉਹਨਾਂ ਚਿਰ ਚਲਾਈ ਜਾਓ, ਉਹ ਤੋਂ ਬਾਅਦ ਜੋ ਕੁਛ ਹੋਊਗਾ ਉਹ ਦੇਖੀ ਜਾਊਗਾ। ਸੋ ਮੇਰਾ ਕਹਿਣ ਦਾ ਮਤਲਬ, ਮੇਰੀ ਸੁਜੈਸ਼ਨ ਹੈ ਕਿ ਇਸ ਵੇਲੇ ਕਿਸਾਨਾਂ ਨੂੰ, ਜਿਹੜੇ ਕਿਸਾਨ ਲੀਡਰ ਆ, ਉਹਨਾਂ ਨੂੰ ਜਿਹੜੀ ਜਨਤਾ ਆ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ। ਜਿੱਥੇ ਵੀ ਜਿੱਦਾਂ ਹੁਣ ਬੰਗਾਲ ਦੇ ਵਿੱਚ ਇਲੈਕਸ਼ਨ ਆ ਜਾਂ ਹੋਰ ਇਸੇ ਤਰ੍ਹਾਂ ਕਿਸੇ ਹੋਰ ਜਗ੍ਹਾ ਜਿੱਥੇ ਵੀ ਸ਼ੁਰੂ ਹੋਣੀਆਂ ਜਾਂ ਆਪਣੇ ਪੰਜਾਬ 'ਚ ਵੀ ਸਾਰੇ ਹੀ ਹੋਣੀਆਂ। ਸੋ ਉਹ ਤੋਂ ਪਹਿਲਾਂ ਇਹਨਾਂ ਨੂੰ ਸਾਰੀ ਜਿੰਨੀ ਜਨਤਾ ਹੈਗੀ ਆ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਇਸ ਵੇਲੇ ਕੋਈ ਵੀ ਪਾਰਟੀ ਲੈ ਲਓ ਤੁਸੀਂ, ਉਹ ਕਿਸੇ ਪੰਜਾਬ ਦੇ ਜਾਂ ਕਿਸੇ ਹੋਰ ਸੂਬੇ ਦੇ ਜਾਂ ਹਿੰਦੁਸਤਾਨ ਦੇ ਇਹਨਾਂ ਦੇ ਹੱਕ ਵਿੱਚ ਇਹਨਾਂ ਨੂੰ ਇਹ ਨਹੀਂ ਹੈ ਵੀ ਇਹ ਸਾਡਾ ਦੇਸ਼ ਆ ਜਾਂ ਇਹਦੇ ਲਈ ਅਸੀਂ ਸਾਨੂੰ ਪਿਆਰ ਆ ਜੀ। ਇਹ ਸਿਰਫ ਆਪਣੀ ਕੁਰਸੀ, ਆਪਣੀ ਸੱਤਾ ਲਈ ਚੱਲਦੇ ਆ, ਉੱਥੇ ਤੁਰੀ ਜਾਂਦੇ ਆ ਇਹ। ਸੋ ਇਸ ਵੇਲੇ ਹੁਣ ਇਸ ਕਿਸਾਨਾਂ ਦੀ ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹਦੇ ਨਾਲ ਜਨਤਾ ਨੂੰ ਸਾਰਾ ਜਾਗਰਤ ਕਰਕੇ ਇੱਕ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਮੋਹਰੇ ਆਵੇ ਜੀ ਸਰ, ਜਿਹਦੇ ਨਾਲ ਸਾਰੀ ਜਨਤਾ ਨੂੰ, ਸਾਰੀ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਹੈਗਾ ਉਹਨਾਂ ਨੂੰ ਕੋਈ ਆਜ਼ਾਦੀ ਦਾ ਸਾਹ ਮਿਲ ਸਕੇ। ਜੀ ਸਰ, ਸ਼ੁਕਰੀਆ ਜੀ ਸਰ। ਜੀ ਸਰ, ਥੈਂਕ ਯੂ ਜੀ। ਜੀ ਹੋਰ ਕਾਲਰ ਸਾਡੇ ਨਾਲ ਜੁੜ ਰਹੇ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਲਾਈਵ ਨਾ ਸ਼ੋ ਜਾ ਰਿਹਾ ਉੱਤੇ ਮੈਂ ਗੱਲ ਕਰਨਾ ਮੰਗਦਾ। ਜੀ ਜੀ ਬਿਲਕੁਲ, ਲਾਈਵ 'ਚ ਹੋ ਜੀ ਤੁਸੀਂ। ਅੱਛਾ ਜੀ, ਸਰ ਕਹਿ ਸਕਦੇ ਹੋ ਜੀ ਕਿਸ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਹੋ ਜੀ? ਮੈਂ ਗੱਲ ਕਰ ਰਿਹਾ ਜਨਰਲ ਓਵਰਆਲ ਜਿਹੜਾ ਇੰਡੀਆ 'ਚ ਸਾਰੀਆਂ ਪ੍ਰੋਬਲਮ ਹੈਗੀਆਂ, ਜੀ ਮੋਦੀ ਬਾਰੇ ਗੱਲ ਕਰਨਾ ਮੰਗਦਾ। ਜੀ ਹਾਂਜੀ ਜੀ ਸਰ, ਕਹਿ ਸਕਦੇ ਹੋ ਜੀ, ਬੋਲੋ ਜੀ। ਜੀ 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 ਸਰ। ਹਾਂਜੀ, ਮੇਰਾ ਨਾਮ ਗੁਰਦੀਪ ਸਿੰਘ ਟਵਾਲ, ਮੈਂ ਸਰੀ ਤੋਂ ਬੋਲ ਰਿਹਾ। ਜੀ ਸਰ। ਪ੍ਰੋਫੈਸਰ ਸਾਹਿਬ, ਤੁਸੀਂ ਤਾਂ ਬੁੱਧੀਜੀਵੀ ਹੋ। ਮੈਂ ਇਹਦੇ ਦਿਮਾਗ 'ਚ ਉਹਦਾ ਜਿਹੜਾ ਫਾਰਮੂਲਾ ਦੀ ਜਿਹੜੀ ਪ੍ਰੋਬਲਮ ਹੈਗੀ ਸੋ ਹੈਗੀ ਆ, ਜੋ ਮੈਂ ਸੋਚ ਰਿਹਾ ਮੋਦੀ ਇੱਕ ਤੁਸੀਂ ਜ਼ਿਆਦਾ ਅੰਡਰਸਟੈਂਡ ਕਰ ਸਕਦੇ ਆ, ਇਹ ਇਕੱਲਾ ਫਾਰਮੂਲਾ ਦੀ ਪ੍ਰੋਬਲਮ ਨਹੀਂ, ਇਹ ਦੁਨੀਆ ਦੀ ਪ੍ਰੋਬਲਮ ਬਣਦਾ ਜਾ ਰਿਹਾ ਜੀ। ਮੈਨੂੰ ਲੱਗਦਾ ਵੀ ਜਿੱਦਾਂ ਸਟਾਲਨ ਸੀ ਨਾ, ਸਟਾਲਨ, ਇਹ ਉਸ ਤਰਫ ਤੁਰ ਪਿਆ ਇਹ ਮੋਦੀ ਜਿਹੜਾ। ਤੇ ਇਹ ਜੇ ਸਾਰੇ ਲੋਕ ਨਾ ਜਾਗੇ, ਸਾਰੀ ਦੁਨੀਆ ਨਾ ਜਾਗੀ, ਇੱਕ ਬੜਾ ਵੱਡਾ ਇੱਕ ਜਿਹੜਾ ਨਾ ਇਹ ਸਟਾਲਨ ਇੱਕ ਪੈਦਾ ਹੋ ਜਾਊਗਾ। ਇਹ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੀ। ਬਿਲਕੁਲ, ਕੱਲੇ ਫਾਰਮਾ ਦੀ ਪ੍ਰੋਬਲਮ ਨਹੀਂ ਹੈਗੀ ਇਹ ਜੀ। ਕਿਉਂਕਿ ਮੈਨੂੰ ਪਤਾ, ਮੈਂ USSR ਰਿਹਾ 4 ਸਾਲ, 90 ਤੋਂ ਲੈ ਕੇ 94 ਤੱਕ, ਤੇ ਮੈਂ ਆਈ ਵਿਟਨੈਸ ਆ ਉੱਥੇ ਮਾਸਕੋ ਸੀ ਜਦੋਂ USSR ਟੁੱਟਿਆ। ਸੋ ਮੈਂ ਉੱਥੇ ਕਾਫੀ ਨਜ਼ਦੀਕ ਤੋਂ ਦੇਖਿਆ ਸਭ ਕੁਝ। ਜੀ ਜੀ ਜੀ। ਹਾਈਐਸਟ ਲੈਵਲ, ਫੀਲਡ ਲੈਵਲ। ਮੈਨੂੰ ਇਹ ਉਸ ਪਾਸੇ ਤੁਰਦਾ ਜਾ ਰਿਹਾ, ਤੇ ਇਸ ਕਰਕੇ ਬੜੀ ਇਹ ਬੜੀ ਚਿੰਤਾਜਨਕ ਗੱਲ ਹੈ। ਕੱਲੀ ਫਾਰਮਰ ਨਹੀਂ, ਸਾਰੀ ਦੁਨੀਆ ਦੀ ਚਿੰਤਾਜਨਕ ਹੋ ਸਕਦੀ ਹੈ। ਜੀ ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਗੱਲ ਰੱਖਣ ਲਈ। ਥੈਂਕ ਯੂ ਜੀ। ਜੀ ਪ੍ਰੋਫੈਸਰ ਸਾਹਿਬ, ਕਾਲਰ ਆਪਣੇ ਨਾਲ ਹੋਰ ਵੀ ਜੁੜ ਰਹੇ ਨੇ, ਪਰ ਤੁਸੀਂ ਆਪਣੀ ਗੱਲ ਸ਼ੁਰੂ ਕਰ ਸਕਦੇ ਹੋ। ਹਾਂ ਸ਼ਹਿਰੀ, ਮੈਂ ਕਾਲੀ ਨਾਲ ਗੱਲ ਕਰਦਾ ਆ। ਦੋਵੇਂ ਹੀ ਕਾਲਰਸ ਬਹੁਤ ਹੀ ਸੂਝ-ਬੂਝ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ। ਮੈਂ ਤੇ ਇੰਨਾ ਹੀ ਕਹਿ ਸਕਦਾ ਕਿ ਜਿਹੜੀ 3 ਕਿਸਾਨੀ ਬਿੱਲਾਂ ਤੋਂ ਜਿਹੜੇ ਬਾਅਦ ਚ ਕਾਨੂੰਨ ਬਣ ਗਏ,
ਔਰ ਚੌਥਾ MSP ਜਿਹੜੀ ਮੰਗ ਕਰ ਰਹੇ ਆ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦਿੱਤੀ ਜਾਏ, ਕਿਸਾਨ ਵੀਰ ਇਹਨਾਂ ਮੁੱਦਿਆਂ ਤੋਂ ਗੱਲ ਹੌਲੀ ਹੌਲੀ ਖਿਸਕਦੀ ਅੱਗੇ ਜਾ ਰਹੀ ਹੈ। ਜਾਣੀ ਇਹ ਰਾਜਨੀਤਿਕ ਰੰਗਤ ਲੈ ਰਹੀ ਹੈ। ਤੁਸੀਂ ਦੇਖੋ ਜੀ, ਇੱਕ ਪਾਸੇ ਕਿਸਾਨ ਤੇ ਮੋਰਚੇਬੰਦੀ 'ਚ ਬੈਠੇ ਆ, ਉਹਦੇ ਨਾਲ ਨਾਲ ਇਹ ਵੀ ਦੇਖੋ ਤੁਸੀਂ ਕਿ ਮੋਰਚੇਬੰਦੀ ਦੇ ਨਾਲ ਨਾਲ ਜਿਹੜੇ ਰੈਲੀਆਂ ਆ ਸ਼ਹਿਰੀ ਜਗ੍ਹਾ ਵੱਡੀਆਂ ਮਹਾ ਪੰਚਾਇਤਾਂ, ਭਾਵੇਂ ਹਰਿਆਣਾ, ਭਾਵੇਂ ਪੰਜਾਬ, ਭਾਵੇਂ UP ਆ, ਬਹੁਤ ਵੱਡੀਆਂ ਪੰਚਾਇਤਾਂ ਹੋ ਰਹੀਆਂ। ਔਰ ਤਿੰਨੇ ਜਗ੍ਹਾ ਦੇ ਉੱਤੇ BJP ਨੂੰ ਪਿੰਡਾਂ 'ਚ ਵੜਨਾ ਰੋਕ ਦਿੱਤਾ ਗਿਆ, ਨੋਟਿਸ ਲਾਤੇ ਗਏ ਆ। ਤੱਕ ਜਿਹੜਾ ਬਾਲੀਆਂ ਜਿਹੜਾ ਵੱਡਾ ਪਾਵਰਫੁਲ ਮਿਨਿਸਟਰ ਆ ਪੱਛਮੀ UP ਦੇ ਵਿੱਚ, ਉਹਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਗਿਆ। ਇਹਦੀ ਹੁਣ ਗਾਂ ਸਪਿਲ ਓਵਰ ਅਗਲੀ ਸਟੇਜ ਇਹ ਚਲੇ ਗਈ ਹੈ ਕਿ ਜਿੱਥੇ 5 ਸੂਬਿਆਂ ਦੇ ਵਿੱਚ ਹੁਣ ਚੋਣਾਂ ਹੋ ਰਹੀਆਂ, ਕਿਸਾਨ ਵੀਰ ਸਾਰੇ ਉੱਥੇ ਰੈਲੀਆਂ ਕਰਨ ਜਾ ਰਹੇ ਆ। ਰਾਜੇਵਾਲ ਸਾਹਿਬ ਨਾਲ ਗੱਲਬਾਤ ਲੇਟੈਸਟ ਮੇਰੀ ਜਿਹੜੀ ਹੋਈ ਆ, ਅਸੀਂ ਪੱਛਮੀ ਬੰਗਾਲ 'ਚ ਜਾ ਕੇ ਰੈਲੀਆਂ ਕਰਨ ਜਾ ਰਹੇ ਹਾਂ, ਮੈਂ ਵੀ ਉੱਥੇ ਜਾ ਰਿਹਾ। ਰਾਜੇਵਾਲ ਸਾਹਿਬ ਕੋਚੀ ਵੀ ਜਿਹੜੇ ਕੇਰਲਾ 'ਚ ਆਪਣੀ ਰੈਲੀ ਕਰਨ 15 ਨੂੰ ਜਾਂ 16 ਨੂੰ ਉੱਥੇ ਕਰਨਗੇ, ਉੱਥੇ ਜਾ ਰਹੇ ਆ। ਇਸ ਤਰੀਕੇ ਨਾਲ ਹੀ ਸਾਡੇ ਜਿਹੜੇ ਕਿਸਾਨ ਵੀਰ ਦੀਆਂ ਅਲੱਗ-ਅਲੱਗ ਟੀਮਾਂ ਉੜੀਸਾ 'ਚ ਵੀ ਜਾਣਗੇ, ਤਾਮਿਲਨਾਡੂ 'ਚ ਵੀ ਜਾਣਗੇ, ਪੁਡੂਚੇਰੀ 'ਚ ਵੀ ਜਾਣਗੇ, ਅਸਾਮ ਦਾ ਅਜੇ ਮੈਨੂੰ ਕਿਤੇ ਕੋਈ ਨਹੀਂ ਪਤਾ ਲੱਗਾ। ਤੇ ਇਹ ਸਾਰੀ ਜਗ੍ਹਾ ਇਹ ਮੋਦੀ ਜੀ ਨੂੰ ਇਹ ਦੱਸਣ ਲਈ ਜਾ ਰਹੇ ਹੈ ਕਿ ਮੋਦੀ ਜੀ, ਜੇ ਤੁਸੀਂ ਸਾਡੀ ਨਹੀਂ ਸੁਣੋਗੇ ਤੇ ਅਸੀਂ ਪਬਲਿਕ 'ਚ ਜਾਵਾਂਗੇ, ਪਬਲਿਕ ਨੂੰ ਨਾਲ ਜੋੜਾਂਗੇ ਤੇ ਫਿਰ ਅਸੀਂ ਵੋਟਾਂ ਰਾਹੀਂ ਆਪਣੀ ਗੱਲ ਵੀ ਤੁਹਾਨੂੰ ਸੁਣਾਵਾਂਗੇ, ਜਿਹੜੀ ਭਾਸ਼ਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਪੈਂਦੀ ਹੈ। ਇਹ ਗੱਲ ਬਿਲਕੁਲ ਸਾਡੇ ਵੀਰ ਜਿਹੜੇ ਦੂਜੇ ਜਿਨ੍ਹਾਂ ਨੇ ਆਪੇ ਗੱਲ ਕੀਤੀ ਹੈ, ਕਾਲਰ ਨੇ, ਉਹਨਾਂ ਦੀ ਮੈਨੂੰ ਬੜੀ ਚੰਗੀ ਲੱਗੀ ਹੈ ਕਿ ਜਿੰਨਾ ਹੀ ਇਹ ਟਾਈਟ ਕਰੀ ਜਾਂਦੇ ਆ, ਜਿੰਨਾ ਹੀ ਇਹ ਸੱਤਾ ਨੂੰ ਚੰਬੜੀ ਜਾਂਦੇ ਆ, ਉਨਾ ਹੀ ਦੇਸ਼ ਦੀ ਇੰਟੀਗ੍ਰੇਸ਼ਨ ਜਿਹੜੀ ਇਕੱਠੇ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ। ਕਦੀ ਘੱਟ ਗਿਣਤੀਆਂ ਵਿਰੁੱਧ ਕਰਦੇ ਆ, ਕਦੀ ਹੋਰ ਛੋਟੀਆਂ ਪਾਰਟੀਆਂ ਵਿਰੁੱਧ ਕਰਦੇ ਆ, ਕਦੀ ਕਸ਼ਮੀਰ ਵਿਰੁੱਧ ਕਰਦੇ ਆ, ਕਦੀ ਕੁਛ ਕਰਦੇ ਆ। ਉਹ ਸਾਰਾ ਇੱਕ ਜਿਹੜਾ ਅੱਗ ਭਬੂਕਾ ਹੋ ਕੇ ਕਿਸੇ ਵੇਲੇ ਵੀ ਭਾਂਬੜ ਮੱਚ ਸਕਦਾ। ਸਾਨੂੰ ਖਤਰਾ ਬਿਲਕੁਲ ਉਹ ਜਿਹਾ ਜਿਹੜਾ ਰਸ਼ੀਆ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਬਿਲਕੁਲ ਉਹ ਐਪਰੋਪਰੀਏਟ ਐਗਜ਼ਾਮਪਲ ਆ। ਜੇ ਇਹ ਨਾ ਸੁਧਰੇ ਤੇ ਸੱਤਾ ਦੇ ਲਾਲਚ ਵਿੱਚ, ਸੱਤਾ ਦੇ ਮੋਹ 'ਚ ਇੰਝ ਹੀ ਡੁੱਬੇ ਰਹੇ ਤਾਂ ਇਹ ਦੇਸ਼ ਨੂੰ ਇਕੱਠਾ ਰੱਖਣਾ ਮੁਸ਼ਕਲ ਹੋ ਜਾਊਗਾ। ਇਹ ਬਿਲਕੁਲ ਸਾਡੀ ਵੀ ਸਮਝ ਆ। ਅੱਜ ਦੀ ਤਰੀਕ ਦੇ ਵਿੱਚ ਜੋ ਜਿੱਥੇ ਵੋਟਾਂ ਪੈ ਰਹੀਆਂ, ਅਸੀਂ ਵੱਡੇ ਪੱਧਰ ਤੇ ਜਾ ਕੇ ਕੰਪੇਨ ਕਰ ਰਹੇ ਹਾਂ ਕਿ ਮੋਦੀ ਤੋਂ ਦੇਸ਼ ਨੂੰ ਬਚਾਓ, ਇਹਦੀ ਸੋਚ ਤੋਂ, ਮੋਦੀਵਾਦ ਤੋਂ ਕਹਿ ਲਓ, ਜਾਂ ਮੋਦੀ ਵਰਗੀ ਦੇਸ਼ ਨੂੰ ਬਚਾਓ। ਹੋਰ ਕਿਸੇ ਨੂੰ ਵੀ ਲੈ ਆਓ, ਜਿਹੜਾ ਵੀ ਜਿੱਤਦਾ ਉਹਨੂੰ ਹੀ ਲੈ ਆਓ, ਪਰ ਇਹਨੂੰ ਇੱਕ ਵਾਰੀ ਕਰਾਰੀ ਹਾਰ ਦੇਣੀ ਲਾਜ਼ਮੀ ਆ, ਕਿਉਂਕਿ ਇਹ ਦੇਸ਼ ਦੇ ਸੰਵਿਧਾਨ ਦਾ ਸਵਾਲ ਆ, ਡੈਮੋਕ੍ਰੇਸੀ ਦਾ ਸਵਾਲ ਆ, ਦੇਸ਼ ਦੇ ਵਿੱਚ ਇੱਕ ਆਮ ਜਨਤਾ ਨੂੰ ਬਚਾਉਣ ਦਾ ਸਵਾਲ। ਪ੍ਰੋਫੈਸਰ ਸਾਡੇ ਹੋਰ ਕਾਲਰ ਜੁੜ ਰਹੇ ਨੇ ਨਾਲ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਸਰ। ਟੀਵੀ ਦੀ ਆਵਾਜ਼ ਘਟਾ ਕੇ ਤੁਸੀਂ ਫੇਰ ਗੱਲ ਕਰੋ। ਸਰ ਟੀਵੀ ਆਵਾਜ਼ ਬਹੁਤ ਘੱਟ ਗਿਆ। ਜੀ ਸਰ, ਕੀ ਕਹਿਣਾ ਚਾਹੋਗੇ ਜੀ, ਕਿਸ ਟੌਪਿਕ ਤੇ ਗੱਲ ਕਰਨਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਜਿਸੇ ਮੋਦੀ ਜੀ ਸਰਕਾਰ ਦੇ ਬਾਰੇ ਹੀ ਜੀ ਤੇ ਇਹਨਾਂ ਦੁਨੀਆ ਨੂੰ ਵਰਤੇ ਪਾਤਾ ਸਾਰੀ ਸਭ ਦੁਨੀਆ ਤਰਾ ਕਰਤੀ ਆ ਜੀ। ਚਾਰੇ ਪਾਸੇ ਜਿੱਧਰ ਜੀ ਜਿਹੜਾ ਮਾੜਾ ਜਿਹਾ ਪੈਰ ਗਾਂਹ ਕਰਦਾ ਉਹਨੂੰ ਖਿੱਚ ਲੈਂਦਾ, ਜਿਹੜਾ ਮਾੜਾ ਜਿਹਾ ਪੈਰ ਗਾਂਹ ਨੂੰ ਕਰਦਾ ਉਹਨੂੰ ਇਹ ਗੁਨਾਹ ਕਰ ਲੈਂਦਾ, ਖਿੱਚ ਲੈਂਦਾ। ਇਹ ਜਿਹੜੀ ਇਹਨਾਂ ਦੀ ਦਿਮਾਗੀ ਹੈ ਨਾ, ਦਿਮਾਗ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਨਸ਼ੇ 'ਚ ਭਰ ਗਿਆ ਜੀ। ਅਸੀਂ ਹੁਣ ਸਾਡੀ ਮੈਜੋਰਿਟੀ ਆ, ਹੋਰ ਕੋਈ ਹੈ ਨਹੀਂ ਕਿਸੇ ਦੂਜੇ ਇਹਦੇ ਵਿੱਚ ਸ਼ਹਿਰੀ ਦੋ ਰਹਿਵਾ ਨਹੀਂ, ਸਾਰੀ ਦੁਨੀਆ ਹੀ ਮਰੂਗੀ। ਜਿੰਨੇ ਵੀ ਇੰਡੀਆ ਦੇ ਵਿੱਚ ਲੋਕ ਆ ਨਾ, ਭਾਵੇਂ ਉਹ ਅਮੀਰ ਹੈ, ਭਾਵੇਂ ਉਹ ਗਰੀਬ ਆ, ਭਾਵੇਂ ਉਹ ਜ਼ਿਮੀਂਦਾਰ ਆ, ਕੁਛ ਵੀ ਹੈ, ਜਦੋਂ ਬਾਨੀਆਂ ਡਾਨੀਆਂ ਦੇ ਹੱਥ ਦੇ ਵਿੱਚ ਆ ਗਿਆ ਸਭ ਕੁਝ, ਤੇ ਪਿੱਛੇ ਕੀ ਰਹਿ ਗਿਆ? ਜੀ ਸਰ, ਬਿਲਕੁਲ ਜੀ। ਬਸ ਮੈਂ ਦੇਖਣਾ ਹੀ ਚਾਹੂੰਗਾ। ਜੀ ਸਰ, ਸ਼ੁਕਰੀਆ ਜੀ ਸਰ। ਜਾਗਰਤ ਕਰੋ ਜਿੱਦਾਂ ਵੀ ਕਰਨਾ ਤੇ ਤੁਹਾਡਾ ਚੈਨਲ ਸਾਰੇ ਸਾਇੰਸ ਸੱਚ ਬੋਲਦਾ ਵਾ। ਤੁਸੀਂ ਆਪਣੇ ਚੈਨਲ ਰਾਹੀਂ ਜਿੰਨਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰ ਸਕਦੇ ਕਰੋ। ਜੀ ਸਰ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਗੱਲ ਕਰਨ ਲਈ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰੀ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰੀ। ਤੇ ਵਾਹਿਗੁਰੂ ਜੀ ਕਾ ਆਪਣੇ ਮਨਜੀਤ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਅਸੀਂ ਫਤਿਹ ਹਮੇਸ਼ਾ ਤੁਹਾਡੇ ਪ੍ਰੋਗਰਾਮ ਨਾਲ ਜੁੜਦੇ ਆ। ਤੁਹਾਡਾ ਪ੍ਰੋਗਰਾਮ ਤਾਂ ਸਾਨੂੰ ਬਹੁਤ ਚੰਗੀਆਂ ਗੱਲਾਂ ਸਿਖਾਉਂਦਾ ਤੇ ਸੁਣਦੇ ਆ। ਜੀ ਸ਼ੁਕਰੀਆ ਜਿਹੜਾ ਜੀ। ਮੇਰਾ ਵੀਰ ਪਹਿਲਾਂ ਕਹਿ ਕੇ ਗਿਆ ਵੀ ਉਹਨੇ ਗਵਰਨਮੈਂਟ ਨੇ ਮੰਨਣਾ ਨਹੀਂਗਾ ਆਪਣੇ, ਪਰ ਇਹ ਜੇ ਝੰਡੀ ਕਲਾ ਵਾਲੇ ਨਾਮ ਵਿਚਾਰ ਦੱਸਿਆ ਕਰਨ ਤੇ ਸਾਨੂੰ ਝੰਡੀ ਕਲਾ ਵੱਲ ਲੈ ਜਾਂਦੇ ਆ, ਚੜ੍ਹਦੀ ਕਲਾ ਵੱਲ ਰੱਖਿਆ ਕਰਨ, ਕਿਉਂਕਿ ਇਹੀ ਕਹਿਣ ਦੇ ਕਿਸਾਨ ਜਿੱਤ ਕੇ ਮੁੜਨਗੇ ਤੇ ਗਵਰਨਮੈਂਟ ਉਹਨਾਂ ਮੰਨੂਗੀ ਉਹਨਾਂ ਦੇ ਆਪਣੇ ਕਾਨੂੰਨਾਂ ਨੂੰ। ਜੀ ਬਿਲਕੁਲ ਜੀ, ਬਿਲਕੁਲ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਤੁਸੀਂ ਇਸ ਵੇਲੇ ਲਾਈਵ ਦੇ ਵਿੱਚ ਹੋ ਸਰ, ਕਿਸ ਟੌਪਿਕ ਤੇ ਗੱਲ ਕਰਨਾ ਚਾਹੋਗੇ ਜੀ? ਮੈਂ ਭਾਜੀ ਮਨਜੀਤ ਸਿੰਘ ਨਾਲ ਕਰਨੀ ਹੈ ਜੀ ਗੱਲ, ਇਹ ਆ ਜਿਹੜਾ ਆਪਾਂ ਖੇਤੀਬਾੜੀ ਕਾਨੂੰਨ ਆ। ਜੀ ਸਰ, ਕਰ ਸਕਦੇ ਹੋ ਜੀ। ਓਕੇ, ਉਹ ਭੈਣ ਜੀ ਗੱਲ ਕਰਦੇ ਆ। ਜੀ ਜੀ ਸਰ, ਆਵਾਜ਼ ਆ ਰਹੀ ਹੈ ਜੀ ਤੁਹਾਡੀ, ਸੁਣ ਸਕਦੇ ਹੋ ਤੁਸੀਂ, ਆਪਣੀ ਮੈਂ ਗੱਲ ਵੀ ਕਰ ਸੁਣ ਸਕਦੇ ਰਿਹਾ ਹੋ ਜੀ, ਜੀ। ਕਰੋ ਗੱਲ। ਮੈਂ ਕਰ ਸਕਦਾ? ਜੀ ਬਿਲਕੁਲ ਸਰ, ਮਨਜੀਤ ਸਰ ਵੀ ਤੁਹਾਡੀ ਗੱਲ ਸੁਣ ਰਿਹਾ ਜੀ। ਓਕੇ, ਹੈਲੋ ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਚਨ ਬਲਾਸ ਕਰੋ ਜੀ। ਗੱਲ ਸੁਣਦਾ ਸੀਗਾ ਹੁਣੇ ਹੀ, ਮੈਂ ਕੈਨੇਡਾ ਤੋਂ ਬੋਲਦਾ ਆ। ਜੀ ਜੀ ਜੀ। ਜਦੋਂ ਉਧਰ ਸਾਰੇ ਈਸਟ ਵੱਲ ਨੂੰ, ਸਾਊਥ ਵੱਲ ਨੂੰ ਜਾਣਾ ਹੈ ਜਦੋਂ, ਤੇ ਉੱਥੇ ਜਿਹੜਾ ਪੇਪਰ ਆ, ਜਿਹੜੀ ਸਟੇਟ ਆ ਉਹਦੇ ਵਿੱਚ ਉਹਦੀ ਭਾਸ਼ਾ ਦੇ ਵਿੱਚ, ਹਿੰਦੀ ਵਿੱਚ ਉਹਦੀ ਭਾਸ਼ਾ ਪੇਪਰ ਲੈ ਕੇ ਵੰਡੋ, ਫੇਰ ਜਨਤਾ ਨੂੰ ਪਤਾ ਲੱਗਣਾ। ਉਧਰ ਜਿਹੜੀ ਜਨਤਾ ਆ ਅਨਪੜ੍ਹ ਬਹੁਤ ਆ ਜੀ, ਜਿਹੜੇ ਉੱਥੇ ਮੁੰਡੇ ਪੜ੍ਹੇ ਲਿਖੇ ਆ ਉਹਨਾਂ ਨੂੰ ਇਹ ਪੇਪਰ ਦਿਓ, ਉਹ ਗਾਂ ਉਹਨਾਂ ਨੂੰ ਸਮਝਾਉਣ। ਜੀ ਹਾਂਜੀ, ਬਾਕੀ ਤੁਸੀਂ ਸਾਡੇ ਤੋਂ ਬਹੁਤ ਸਿਆਣੇ ਆ ਜੀ। ਬਿਲਕੁਲ ਸਰ। ਪ੍ਰੋਫੈਸਰ ਮਨਜੀਤ ਤੋਂ ਆਪਾਂ ਇਹ ਵਾਲੀ ਤੁਹਾਡੀ ਸਲਾਹ ਉਹਨਾਂ ਤੱਕ ਪਹੁੰਚੀ ਹੈ, ਤੁਹਾਨੂੰ ਉਹ ਟੀਵੀ ਤੇ ਇਸ ਗੱਲ ਦਾ ਜਵਾਬ ਦੇਣਗੇ ਕਿ ਉਹਨਾਂ ਵੱਲੋਂ ਕੀ ਰਣਨੀਤੀ ਜਿਹੜੀ ਬਣਾਈ ਗਈ ਹੈ ਜਦੋਂ ਵੱਖ-ਵੱਖ ਥਾਵਾਂ ਤੇ ਜਾਣਾ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਜਾਣਕਾਰੀ ਸਾਂਝੀ ਕਰਨ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਜੀ 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 ਸਰ, ਕਿਸ ਟੌਪਿਕ ਤੇ ਗੱਲ ਕਰਨਾ ਚਾਹੋਗੇ ਜੀ? ਟੌਪਿਕ ਜਿਹੜਾ ਚੱਲਦਾ ਉਹਦੇ ਤੇ ਗੱਲ ਕਰਨੀ ਚਾਹੁੰਦਾ ਜੀ, ਬੋਲੋ ਜੀ ਸਰ, ਕੀ ਗੱਲ ਕਰਨਾ ਚਾਹੁੰਦੇ ਹੋ ਜੀ? ਮੈਂ ਗੱਲ ਕਰਨੀ ਚਾਹੁੰਦਾ ਡੈਮੋਕ੍ਰੇਸੀ ਤੇ। ਜੀ ਸਰ, ਪਲੀਜ਼ ਕਰ ਸਕਦੇ ਹੋ। ਹੈਲੋ, ਹਾਂਜੀ, ਮੇਰੀ ਗੱਲ ਇਹ ਹੈ ਕਿ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ, ਤੇ ਮੇਰਾ ਕੁਐਸਚਨ ਨਹੀਂਗਾ, ਵੈਸੇ ਮੇਰੀ ਤਾਂ ਕਿਉਂਕਿ ਪ੍ਰੋਫੈਸਰ ਸਾਹਿਬ ਕੁਐਸਚਨ ਵਾਲੇ ਨਹੀਂ ਤਾਂ ਐਨਾਲਿਸਿਸ ਕਰਦੇ ਆ ਜੀ। ਮੇਰਾ ਇਹ ਸਵਾਲ ਹੈ ਕਿ ਜਿਵੇਂ 19 ਦੀ ਵੀ ਇਲੈਕਸ਼ਨ ਹੋਈ, ਉਹਦੇ ਵਿੱਚ ਵੀ ਅਸੀਂ ਵੋਟਾਂ ਪਾ ਕੇ ਮੋਦੀ ਨੂੰ ਜਿਤਾਇਆ, ਤੇ 17 ਦੇ ਵਿੱਚ ਇਧਰ ਕੈਪਟਨ ਸਾਹਿਬ ਨੂੰ ਅਸੀਂ ਜਿਤਾਇਆ, ਤੇ ਹੁਣ 22 ਦੀ ਇਲੈਕਸ਼ਨ ਆ ਰਹੀ ਹੈ। ਅਸੀਂ ਪੋਲੀਟੀਕਲ ਬੰਦਿਆਂ ਦੇ ਬਾਰੇ ਤਾਂ ਬਹੁਤ ਡਿਸਕਸ ਕਰਦੇ ਆ ਐਵਰੀਡੇ ਵੀ ਇਹ ਖਾ ਗਏ ਜੀ, ਇਹ ਦੇਸ਼ ਨੂੰ ਐਂ ਕਰ ਗਏ, ਪਰ ਦੂਜੇ ਪਾਸੇ ਮੇਰਾ ਇਹ ਸਵਾਲ ਵੀ ਬਣਦਾ ਕਿ ਵੋਟਰ ਦੀ ਜਿਹੜੀ ਮਾਨਸਿਕਤਾ ਹੈ ਉਹ ਇੰਨੀ ਗਿਰ ਚੁੱਕੀ ਹੈ ਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਅਸੀਂ ਦਵਾ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੰਦੇ ਆ। ਹਾਂ, ਇੱਥੇ ਇੱਕ ਕੁਐਸਚਨ ਜਿਹੜਾ ਮੈਨੂੰ ਪ੍ਰੋਫੈਸਰ ਸਾਹਿਬ ਜ਼ਰੂਰ ਜਵਾਬ ਦੇਣ ਜੀ ਕਿ ਇਸ ਮਾਨਸਿਕਤਾ ਨੂੰ ਅਸੀਂ ਕਿੱਦਾਂ ਅਵੇਅਰਨੈਸ ਕਰ ਸਕਦੇ ਹਾਂ, ਕਿਉਂਕਿ ਜਿਵੇਂ ਭਾਈ ਸਾਹਿਬ ਸਟਾਲਨ ਦਾ ਐਗਜ਼ਾਮਪਲ ਦੇ ਕੇ ਗਏ ਆ, ਉਹ ਸਮਾਂ ਸੀਗਾ ਸਟਾਲਨ ਵੇਲੇ ਦਾ, ਤੇ ਅੱਜ ਦਾ ਸਮਾਂ ਤਾਂ ਬਹੁਤ ਐਡਵਾਂਸ ਹੋ ਚੁੱਕਿਆ। ਜੇ ਕਿਸੇ ਨੇ ਕੈਪੀਟਲ ਸਿਸਟਮ ਦੇ ਵਿੱਚ ਅਮੀਰ ਹੋਣਾ ਤਾਂ ਓਵਰਨਾਈਟ ਹੋ ਜਾਂਦਾ। ਅੱਗੇ 50 ਸਾਲ ਲੱਗਦੇ ਸੀ, ਹੁਣ ਇੱਕ ਨਾਈਟ ਦੇ ਵਿੱਚ $30 ਬਿਲੀਅਨ ਕਮਾ ਲੈਂਦਾ। ਇਸੇ ਤਰ੍ਹਾਂ ਜਿਹੜਾ ਡੈਮੋਕ੍ਰੇਸੀ ਢਾਂਚਾ ਹੈ ਇਹ ਵੀ ਇੱਕ ਸਾਇੰਸ ਦੀ ਤਰ੍ਹਾਂ, ਜਿੱਦਾਂ ਪੋਲੀਟੀਕਲ ਸਾਇੰਸ ਇੱਕ ਸਾਇੰਸ ਹੈ, ਜਿਹੜੇ ਉਹਦੇ ਮਾਹਰ ਹੁੰਦੇ ਆ। ਤੇ ਦੂਜੇ ਪਾਸੇ ਮੈਡੀਕਲ ਦੀ ਮੈਂ ਐਗਜ਼ਾਮਪਲ ਦੇਣੀ ਮੰਗਦਾ ਸ਼ਾਰਟਕਟ ਕੇ, ਉਹ ਜੋ ਡਾਕਟਰ ਬਣਦਾ ਤਾਂ ਡੈਡ ਬਾਡੀ ਮੂਹਰੇ ਰੱਖ ਕੇ ਉਹਨੂੰ ਸਾਰੇ ਆਰਗਨ ਤੇ ਸਿਸਟਮ ਦੀ ਨੌਲੇਜ ਦੇ ਕੇ ਫਿਰ ਉਹ ਡਾਕਟਰ ਬਣਦਾ। ਏਦਾਂ ਹੀ ਪੋਲੀਟੀਕਲ ਸਾਇੰਸ ਵੀ ਇੱਕ ਸਾਇੰਸ ਹੈ। ਜਦੋਂ ਉਹਦੇ ਮਾਹਰ ਬੰਦੇ ਆ ਕੇ ਸਿਸਟਮ ਦੇ ਵਿੱਚ ਇਲੈਕਸ਼ਨ ਲੜਦੇ ਆ ਤੇ ਡਿਪਾਰਟਮੈਂਟ ਉਹਨਾਂ ਨੂੰ ਦਿੱਤੇ ਜਾਂਦੇ ਆ, ਤਾਂ ਉਹਨਾਂ ਦਾ ਜਿਹੜਾ ਰਿਜ਼ਲਟ ਹੁੰਦਾ ਫਿਰ 100% ਅਕਿਓਰ ਹੁੰਦਾ। ਸੋ ਸਾਨੂੰ ਇਹੋ ਜਿਹੀ ਅਵੇਅਰਨੈਸ ਸਿਸਟਮ ਦੇ ਵਿੱਚ ਲਿਆਉਣੀ ਚਾਹੀਦੀ ਹੈ, ਤੇ ਵੋਟਰਾਂ ਨੂੰ ਅਵੇਅਰਨੈਸ ਕਰਨ ਦੇ ਲਈ ਮੈਨੂੰ ਥੋੜਾ ਜਿਹਾ, ਕਿਉਂਕਿ ਕਾਫੀ ਐਨਾਲਿਸਿਸ ਕਰਦੇ ਆ, ਮੈਨੂੰ ਇਹ ਤੇ ਜਵਾਬ ਦੇਣ। ਮੇਰਾ ਕੁਐਸਚਨ ਨਹੀਂ, ਸਿਰਫ ਇਹਨਾਂ ਤੋਂ ਮੈਂ ਨੌਲੇਜ ਲੈਣੀ ਮੰਗਦਾ। ਜੀ ਜੀ ਸਰ, ਬਿਲਕੁਲ ਜੀ, ਤੁਹਾਡੇ ਸਵਾਲ ਦਾ, ਚਲੋ ਤੁਹਾਡਾ ਸਵਾਲ ਨਹੀਂ, ਬੇਸ਼ੱਕ ਜਿਹੜੀ ਵੀ ਨੌਲੇਜ ਤੁਸੀਂ ਚਾਹੁੰਦੇ ਹੋ ਤੇ ਅਸੀਂ ਇਸ ਬਾਬਤ ਹੀ ਹੁਣ ਗੱਲ ਕਰਾਂਗੇ। ਤੁਸੀਂ ਟੀਵੀ ਤੇ ਸੁਣ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਰ ਗੱਲ ਕਰਨ ਲਈ। ਪ੍ਰੋਫੈਸਰ ਸਾਹਿਬ, ਸਾਡੇ ਕਾਲਰਸ ਖੈਰ ਹਜੇ ਹੋਰ ਵੀ ਜੁੜ ਰਹੇ ਨੇ, ਸਾਰੇ ਕੁਐਸਚਨਸ ਇਕੱਠੇ ਕਰ ਲਓ, ਇਕੱਠੇ ਹੀ ਫਿਰ ਅਸੀਂ ਜਵਾਬ ਦੇਵਾਂਗੇ। ਜੀ ਸਤਿ ਸ਼੍ਰੀ ਅਕਾਲ ਜੀ। ਕੰਪਿਊਟਰ ਨਹੀਂ ਹੈ ਕੋਈ ਸ਼ਹਿਰੀ, ਮੈਂ ਸਾਰੇ ਸਵਾਲ ਸਰ ਮੈਂ ਤੁਹਾਨੂੰ ਪ੍ਰੋਫੈਸਰ ਸਾਹਿਬ ਮੈਂ ਤੁਹਾਨੂੰ ਦੱਸਾਂਗੀ। ਜੀ 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 ਪ੍ਰੋਫੈਸਰ ਸਾਹਿਬ ਨੂੰ ਨਾ ਬੇਨਤੀ ਕਰਨੀ ਸੀ ਜੀ ਸਰ। ਵੀ ਦੇਖੋ, ਸਾਡਾ ਜਿਹੜਾ ਬਾਬਾ ਸੀ ਨਾ ਮੱਕੇ ਤਿੱਕਰ ਤੁਰ ਕੇ ਗਿਆ ਸੀਗਾ, ਉਹਨਾਂ ਨੂੰ ਜਿਹੜੇ ਵੱਡੇ ਵੱਡੇ ਨਵਾਬ ਸੀ ਨਾ ਘੋੜੇ ਲੈ ਕੇ ਖੜੇ ਹੁੰਦੇ ਸੀ ਵੀ ਬਾਬਾ ਜੀ ਘੋੜੇ ਤੇ ਬੈਠੋ। ਉਹ ਕਹਿੰਦੇ ਸੀ ਮੈਂ ਆਪਦੇ ਸਿੱਖਾਂ ਨੂੰ ਨਿਮਰਤਾ ਤੇ ਫਜ਼ੂਲ ਖਰਚੀ ਤੋਂ ਰੋਕਣਾ।
ਤੇ ਆ ਦੇਖੋ ਨਾ, ਆ ਮੰਨ ਲਓ ਜਿਹੜੇ ਅੰਮ੍ਰਿਤਸਰ ਤੋਂ ਜਿਹੜਾ ਦਿੱਲੀ ਟਰੈਕਟਰ ਜਾਊਗਾ ਉਹ ਟਰੈਕਟਰ ਤਾਂ ਕੂੜਾ ਬਣ ਜੂ। ਇਹ ਦੇਖੋ ਇਹਨਾਂ ਨੇ ਬਿਲਕੁਲ ਵੀ ਕਿੰਨੀਆਂ ਕਿਸਾਨ ਯੂਨੀਅਨ ਇਹਨਾਂ ਨੇ ਵੀ ਤਾਂ ਗਰੀਬ ਕਿਸਾਨ ਹੈ, ਇਹਨਾਂ ਨੂੰ ਬਿਲਕੁਲ ਸਹੀ ਗਾਈਡ ਨਹੀਂ ਕੀਤਾ। ਦੇਖੋ ਇੱਕ ਹੋਰ ਹੈ ਪਤਵਲ ਵੀ ਜਿਹੜੀ FCI ਹੈ ਨਾ, ਇਹ ਗਰੀਬ ਜੱਟਾਂ ਦੀ ਮਾਂ ਸੀ। ਇਹ 3 ਲੱਖ ਕਰੋੜ ਰੁਪਏ ਘਾਟੇ ਚ, ਤੇ ਇਹ ਕਿਸਾਨ ਯੂਨੀਅਨ ਵਾਲੇ ਕੋਈ ਰੌਲਾ ਨਹੀਂ ਪਾਉਂਦਾ ਵੀ ਜੀ ਇਹਦਾ 3 ਲੱਖ ਕਰੋੜ ਰੁਪਈਆ ਜਿਹਨਾਂ ਨੇ ਲੁੱਟਿਆ ਉਹ ਸਾਰੇ ਬੰਦੇ ਹਾਜ਼ਰ ਆ ਵੀ ਉਹਨਾਂ ਤੋਂ ਪੈਸੇ ਕਰਾਓ। ਇਹ ਦੇਖੋ ਇਹ ਬੰਦੇ ਸਿੱਧੇ ਨਹੀਂ ਪ੍ਰੋਫੈਸਰ ਸਾਹਿਬ, ਇਹ ਤਾਂ ਨਹੀਂ ਕੰਮ ਚੱਲਣਾ ਜਿਹੜੇ ਤੁਸੀਂ ਚਲਾਉਣ ਕਰਦੇ ਹੋ। ਦੇਖੋ ਉਹ ਮੌਜੇ ਤੋਂ ਕੰਮ ਕਈਆਂ ਚੱਕਰੀਆਂ ਪੈਣੀਆਂ ਤੇ ਉਹਨਾਂ ਸਿਆਣੇ ਬੰਦਿਆਂ ਨੂੰ ਮੂਹਰੇ ਹੋ ਕੇ ਤਾਂ ਬਚੂਗਾ ਕੰਮ। ਓਕੇ ਪ੍ਰੋਫੈਸਰ ਸਾਹਿਬ, ਬਹੁਤ ਸਾਰੇ ਇੱਥੇ ਕਾਲਰਸ ਜੁੜੇ ਨੇ। ਲਾਸਟ ਕਾਲਰਸ ਦੀ ਵੀ ਮੈਂ ਇੱਥੇ ਗੱਲ ਕਰਨੀ ਚਾਹਾਂਗੀ। ਪਹਿਲੀ ਗੱਲ ਤਾਂ ਹਮੇਸ਼ਾ ਅਸੀਂ ਆਪਣੇ ਇੱਥੇ ਜਿਹੜੇ ਇੰਨੀ ਦੂਰ ਬੈਠੇ ਲੋਕ ਹੈ ਜਾਂ ਸਾਡੇ ਦਰਸ਼ਕ ਨੇ, ਅਸੀਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਵੀ ਖਬਰ ਤੁਸੀਂ ਸਿਰਫ ਜਿਹੜੀ ਸਹੀ ਹੁੰਦੀ ਆ ਉਸੇ ਤੇ ਬੋਰ ਲਗਾਇਆ ਕਰੋ। ਖੈਰ ਐਨੀਵੇ, ਕੁਝ ਕਾਲਰ ਸਾਡੇ ਨੇ ਉਹ ਸਵਾਲ ਇਹ ਚੁੱਕ ਰਹੇ ਨੇ ਵੀ ਜਦੋਂ ਤੁਸੀਂ ਜਿਸ ਤਰੀਕੇ ਨਾਲ ਪ੍ਰੋਗਰਾਮ ਉਲੀਕਿਆ ਗਿਆ ਵੀ ਉਹਨਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਜਾਣਾ, ਲੋਕਾਂ ਨੂੰ ਖੇਤੀ ਕਾਨੂੰਨ ਬਿੱਲਾਂ ਦਾ ਦੱਸਣਾ, ਪ੍ਰੋਫੈਸਰ ਸਾਹਿਬ ਇਹ ਸ਼ਾਇਦ ਗੱਲ ਬਾਹਰ ਨਹੀਂ ਆਈ ਜਾਂ ਕੀ ਸਟ੍ਰੈਟਜੀ ਜਿਹੜੀ ਬਣਾਈ ਗਈ ਹੈ? ਇੱਕ ਤਾਂ ਬਹੁਤ ਘੱਟ ਸ਼ਬਦਾਂ 'ਚ ਸਟ੍ਰੈਟਜੀ ਦੱਸ ਦੇਣਾ ਵੀ ਕਿਵੇਂ ਉੱਥੋਂ ਦੇ ਲੋਕਾਂ ਨੂੰ ਦੱਸੋਗੇ, ਜ਼ਾਹਿਰ ਜੀ ਗੱਲ ਹੈ ਬਹੁਤ ਸਾਰੇ ਲੋਕ ਪੰਜਾਬੀ ਨਹੀਂ ਜਾਣਦੇ ਹੋਣਗੇ, ਸੋ ਉਹਦੇ ਲਈ ਕੀ ਤੁਸੀਂ ਤਿਆਰੀ ਕੀਤੀ ਗਈ ਹੈ? ਜੇ ਤੁਸੀਂ ਵੀ ਨਾਲ ਜਾ ਰਹੇ ਹੋ ਤਾਂ ਉਹ ਜ਼ਰੂਰ ਦੱਸਣਾ। ਸੈਕਿੰਡ ਥਿੰਗ ਕਿ ਵੋਟਰਾਂ ਨੂੰ ਲੈ ਕੇ ਕੁਝ ਲੋਕਾਂ ਨੇ ਸਵਾਲ ਚੁੱਕੇ ਨੇ ਵੀ ਲੋਕ ਜਿਹੜੇ ਨੇ ਉਹ ਵੋਟਾਂ ਪਾ ਕੇ ਜਿਤਾ ਦਿੰਦੇ ਨੇ, ਬਣਾ ਦਿੰਦੇ ਨੇ ਸਰਕਾਰਾਂ, ਸੋ ਇਸ ਬਾਬਤ ਵੀ ਥੋੜੀ ਜਿਹੀ ਜ਼ਰੂਰ ਇਸ ਗੱਲ ਤੇ ਚਾਨਣਾ ਪਾ ਦਿਓ। ਨੰਬਰ 1 ਮੈਂ ਇਸ ਗੱਲ ਤੋਂ ਹੀ ਚੱਲੂਗਾ ਕਿ ਵੋਟਰਾਂ ਨੂੰ ਸਾਨੂੰ ਕਦੀ ਦੋਸ਼ ਨਹੀਂ ਦੇਣਾ ਚਾਹੀਦਾ। ਵੋਟਰਾਂ ਨੂੰ ਜੋ ਅਸੀਂ ਦਿੱਤਾ ਉਹੀ ਸਾਨੂੰ ਦੇਣਗੇ। ਅਸੀਂ ਲੋਕਾਂ ਨੂੰ ਕਦੀ ਵੀ ਪੂਰੀ ਉਹਨਾਂ ਨੂੰ ਜ਼ਿੰਦਗੀ 'ਚ ਜੀਣ ਦਾ ਮੌਕਾ ਨਹੀਂ ਦਿੱਤਾ। ਉਹਨਾਂ ਨੂੰ ਸਰੀਰ ਆਦਮੀਆਂ ਵਾਲਾ, ਜ਼ਿੰਦਗੀ ਜਾਨਵਰਾਂ ਵਾਲੀ। ਤੁਸੀਂ ਅੱਜ ਵੀ ਵੱਡੀ ਗਿਣਤੀ 'ਚ ਦੇਸ਼ ਦਾ ਤੀਜਾ ਹਿੱਸਾ ਇਹੋ ਜਿਹਾ ਜੀਵਨ ਜੀ ਰਿਹਾ ਜਿਹੜਾ ਸਭ ਹਿਊਮਨ ਜੀਵਨ ਆ। ਉਹ ਇੱਕ ਜਿਹਾ ਅਫਰੀਕਾ ਦੇ ਗਰੀਬ ਦੇਸ਼ਾਂ ਦਾ ਤੇ ਭਾਰਤ ਦੇ ਗਰੀਬਾਂ ਦਾ ਇੱਕੋ ਜਿਹਾ, ਉਹਦੇ ਨਾਲ ਵੀ ਮਾੜਾ ਕਈ ਜਗ੍ਹਾ। ਇਹ ਜਿਹੜੇ ਇੰਨੇ ਕੁ ਵੋਟਰ ਜਿਹੜੇ ਹੁੰਦੇ 30-35% ਵੋਟਰ, ਗਰੀਬ ਹੀ ਜ਼ਿਆਦਾ ਵੋਟਾਂ ਪਾਉਂਦਾ ਆ। ਉਹ ਜਿੱਧਰ ਨੂੰ ਮਰਜ਼ੀ ਸਰਕਾਰਾਂ ਨੂੰ ਬਦਲ ਕੇ ਰੱਖ ਦਿੰਦਾ। ਅਮੀਰਾਂ ਦੇ ਤੇ ਨਿਆਣੇ ਵੀ ਥੋੜੇ ਆ, ਵੋਟਾਂ ਵੀ ਥੋੜੀਆਂ ਤੇ ਉਹਨਾਂ ਦੀ ਗਿਣਤੀ ਵੀ ਥੋੜੀ ਵੈਸੇ ਵੀ, ਇਸ ਲਈ ਗਰੀਬ ਹੀ ਉਧਰ ਨੂੰ ਕਰ ਲੈਂਦਾ। ਜੇ ਅਸੀਂ ਕਿਸੇ ਨੂੰ ਇੰਨਾ ਲਾਚਾਰ ਤੇ ਗਰੀਬ ਰੱਖਾਂਗੇ, ਦੇਸ਼ ਦੁਨੀਆ ਦੀ ਕੋਈ ਜਾਗਰਤੀ ਦੇਵਾਂਗੇ ਹੀ ਨਹੀਂ, ਉਹਨਾਂ ਨੂੰ ਮੌਕਾ ਹੀ ਨਹੀਂ ਦੇਵਾਂਗੇ, ਸਕੂਲ ਕਾਲਜ ਦਾ ਮੂੰਹ ਦੇਖਣ ਲਈ ਮੌਕਾ ਹੀ ਨਹੀਂ ਦੇਵਾਂਗੇ, ਫਿਰ ਕਹਾਂਗੇ ਉੱਤੋਂ ਗਾਲਾਂ ਵੀ ਕੱਢਾਂਗੇ ਕਿ ਦੇਖੋ ਜੀ ਇਹ ਤੇ ਜਾਗਰਤ ਨਹੀਂ, ਇਹਨਾਂ ਨੂੰ ਜਾਗਰਤ ਕਰੋ, ਇਹ ਸਿਆਣੇ ਨਹੀਂ, ਇਹ ਵੋਟਾਂ ਵੇਚ ਦਿੰਦੇ, ਵੋਟਾਂ ਸ਼ਰਾਬ ਤੇ ਪਾ ਦਿੰਦੇ, ਵੋਟਾਂ 1000 ਰੁਪਈਆ ਲੈ ਕੇ ਪਾ ਦਿੰਦੇ। ਫਿਰ ਜਿਹੋ ਜਿਹੇ ਬੰਦੇ ਆਪਾਂ ਪੈਦਾ ਕਰਾਂਗੇ ਉਹੋ ਜਿਹੇ ਉਹਦੇ ਤੋਂ ਨਿਕਲਣਗੇ। ਜਿਹੋ ਜਿਹੇ ਬੀਜ ਬੀਜਾਂਗੇ ਉਹੋ ਜਿਹੀ ਖੇਤੀ ਹੋਊਗੀ। ਇਹ ਇੱਕ ਵੱਡਾ ਸਿਸਟਮ ਦਾ ਸਵਾਲ ਆ, ਉਸ ਚੋਂ ਕਿਵੇਂ ਲੋਕਾਂ ਨੂੰ ਕੱਢਣਾ ਉਹ ਠੀਕ ਹੈ। ਦੂਸਰੀ ਗੱਲ ਮੈਂ ਇਹ ਕਹਿੰਦਾ ਕਿ ਭਾਵੇਂ ਬੰਦਾ ਜਿੰਨਾ ਮਰਜ਼ੀ ਅਨਪੜ੍ਹ ਹੋਵੇ, ਉਹਨੂੰ ਇੰਨਾ ਪਤਾ ਹੁੰਦਾ ਕਿ ਉਹਦੇ ਹਿੱਤ 'ਚ ਕੀ ਆ। ਉਹ ਜਾਨਵਰ ਨੂੰ ਵੀ ਪਤਾ ਹੁੰਦਾ, ਗਰੀਬਾਂ ਨੂੰ ਵੀ ਪਤਾ। ਉਹ ਇੱਕ ਫੈਸਲਾ ਕਰਦੇ ਜੇ ਤੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਕੋਈ ਨਵਾਂ ਹੀ ਪਾਰਟੀ ਉੱਠੀ ਆ, ਨਵਾਂ ਬੰਦਾ ਤਕੜਾ ਧੜੱਲੇਦਾਰ ਉੱਠਿਆ, ਉਹ ਉਹਨਾਂ ਦਾ ਭਲਾ ਕਰ ਸਕਦਾ, ਲਾਲਾ ਹੋਇਆ, ਤੇ ਉਹਦੇ ਮੁਤਾਬਕ ਫਿਰ ਸ਼ਹਿਰੀ ਪਾ ਦਿੰਦੇ। ਪੰਜਾਬ 'ਚ 2 ਵਾਰੀ ਵੋਟਾਂ ਇੰਜੀ ਇਸੇ ਪੰਜਾਬ ਨੇ ਪਾਈਆਂ। ਇੱਕ ਵਾਰੀ ਕਾਫੀ ਚੜਾ PPP ਲਈ ਆਇਆ ਸੀ ਪਰ ਉਹ ਸਿਰੇ ਨਹੀਂ ਲੱਗਾ, ਜਲਦੀ ਠੁੱਸ ਹੋ ਗਿਆ। ਤੁਹਾਨੂੰ ਇਹ ਵੀ ਯਾਦ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਮਾਨ ਅਕਾਲੀ ਦਲ ਮਾਨ ਵਾਲਾ, ਉਹਨੂੰ 99 ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭੇਜਿਆ ਤੇ ਉਹ ਪਾਰਲੀਮੈਂਟ 'ਚ ਹੀ ਨਹੀਂ ਗਏ। ਕਹਿੰਦੇ ਤਲਵਾਰ ਲੈ ਕੇ ਅੰਦਰ ਜਾਣਾ, ਨਹੀਂ ਤੇ ਅਸੀਂ ਨਹੀਂ ਜਾਂਦੇ, ਬਾਹਰ ਹੀ ਬੈਠੇ। ਉਹਨੂੰ ਖਾਤੇ ਲੋਕਾਂ ਨੇ ਦਿੱਤਾ 99 ਦੇ ਵਿੱਚ, ਛੋਟਾ ਮੌਕਾ ਦਿੱਤਾ, ਬਹੁਤ ਵੱਡਾ ਮੌਕਾ ਦਿੱਤਾ। ਇਸੇ ਤਰੀਕੇ ਹੁਣ ਇੱਧਰ ਉੱਧਰ ਖਾਲਿਸਤਾਨ ਦੇ ਨਾਅਰੇ ਲਾਉਂਦੇ ਫਿਰਦੇ ਆ ਵੀ ਜਦੋਂ ਤੁਹਾਨੂੰ ਡੈਮੋਕ੍ਰੇਸੀ ਅੰਦਰ ਮੌਕਾ ਮਿਲਿਆ ਉਦੋਂ ਤੁਸੀਂ ਕੁਝ ਕੀਤਾ ਨਹੀਂ, ਹੁਣ ਤੁਹਾਨੂੰ ਖਾਲਿਸਤਾਨ ਚਾਹੀਦਾ, ਉਦੋਂ ਕੀ ਕਰ ਲਓਗੇ? ਉਹੀ ਦਿਮਾਗ ਉਦੋਂ ਹੋਣਗੇ। ਇਸ ਲਈ ਮੈਂ ਲੋਕਾਂ ਨੂੰ ਨਹੀਂ ਕਹਿੰਦਾ। ਆਮ ਆਦਮੀ ਪਾਰਟੀ ਨੂੰ 2 ਮੌਕੇ ਦਿੱਤੇ, 25% ਲੋਕਾਂ ਨੇ ਬਿਨਾਂ ਉਹਨਾਂ ਦੀ ਪਾਰਟੀ ਤੋਂ ਇੱਥੇ ਵੋਟਾਂ ਪਾ ਕੇ ਏਡਾ ਵੱਡਾ ਉਹਨਾਂ ਦਾ ਕੀਤਾ। ਹੁਣ ਐਤਕੀ 7% ਪਈਆਂ ਜਿਹੜਾ 2019 'ਚ, ਕਿਉਂਕਿ ਉਹਨਾਂ ਨੇ ਕੀਤਾ ਕੁਝ ਨਹੀਂ, ਉਹਨਾਂ ਲੋਕਾਂ ਦੀਆਂ ਉਮੀਦਾਂ ਤੇ ਉਤਰੇ ਨਹੀਂ। ਮੈਂ ਇਸ ਲਈ ਲੋਕਾਂ ਨੂੰ ਨਹੀਂ ਦੋਸ਼ ਦਿੰਦਾ। ਕਦੀ ਕਦੀ ਅਸੀਂ ਵੀ ਦਿੰਦੇ ਸੀ, ਅੱਜ ਤੋਂ 8-10 ਸਾਲ ਪਹਿਲਾਂ ਸਾਨੂੰ ਲੱਗਦਾ ਸੀ ਲੋਕ ਇਸ ਤਰ੍ਹਾਂ। ਮੇਰੀ ਕੋਈ ਸ਼ਿਕਾਇਤ ਨਹੀਂ, ਜੋ ਅਸੀਂ ਉਹਨਾਂ ਨੂੰ ਕੀਤਾ, ਜਿਸ ਤਰ੍ਹਾਂ ਦੇ ਰੱਖਿਆ, ਉਹੋ ਜਿਹੇ ਉਹਨਾਂ ਦੇ ਫੈਸਲੇ। ਦੂਜੀ ਗੱਲ ਜਿਹੜੀ ਉਹਨਾਂ ਦੀ ਹੈ ਕਿ ਆਪਾਂ ਜਿੱਥੇ ਜਿੱਥੇ ਜਾਈਏ ਉਹ ਸਾਡਾ ਪ੍ਰਚਾਰ ਪੂਰਾ ਕਾਰਗਰ ਹੋਵੇ, ਲੋਕਾਂ ਤੱਕ ਪਹੁੰਚੇ, ਲੋਕਾਂ ਨੂੰ ਸਮਝ ਪੈ ਜੇ। ਉਹ 1 ਦਿਨ 'ਚ ਨਹੀਂ ਹੋਣਾ, 2 ਦਿਨ 'ਚ ਨਹੀਂ ਹੋਣਾ, ਉਹ ਤੇ ਸਾਲੋਂ ਪਾਰ ਲੱਗ ਜਾਂਦੇ। ਫਿਰ ਲੋਕਾਂ ਨੂੰ ਹੌਲੀ ਹੌਲੀ ਸੂਝ ਆਉਂਦੀ ਹੈ। ਪਰ ਅਸੀਂ ਇੰਨਾ ਜ਼ਰੂਰ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਵੀ ਜਾ ਰਹੇ ਹਾਂ ਅਸੀਂ ਭਾਸ਼ਾ ਦਾ ਖਿਆਲ ਰੱਖ ਰਹੇ ਹਾਂ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ
ਸਾਰਾ ਵਿਕਾਊ ਨਹੀਂ ਆ, ਕੁਛ ਹਿੱਸਾ ਅਜੇ ਵੀ ਬਚਿਆ ਹੋਇਆ, ਉਹ ਤੁਹਾਡੀਆਂ ਗੱਲਾਂ ਨੂੰ ਬਹੁਤ ਦੂਰ ਤੱਕ ਪਹੁੰਚਾ ਦਿੰਦਾ। ਤੇ ਪੁਰਾਣੇ ਜਿਹੜੇ ਤਰੀਕੇ ਸੀਗੇ, ਪ੍ਰਿੰਟਡ ਮਟੀਰੀਅਲ, ਪਰਚੇ ਲੈ ਜਾਓ, ਕਾਗਜ਼ ਲੈ ਜਾਓ, ਕਾਗਜ਼ ਨਹੀਂ ਬਹੁਤਾ ਪੜ੍ਹਦਾ, ਨਾ ਕੋਈ ਲੰਬਾ ਆਰਟੀਕਲ ਪੜ੍ਹਦਾ, ਬਹੁਤ ਘੱਟ ਲੋਕ ਪੜ੍ਹਦੇ ਆ, ਟਾਈਮ ਨਹੀਂ ਹੈ, ਭੱਜ ਦੌੜਿਆ, ਕੁਇਕੀ ਫਾਸਟ, ਜੇ ਦੇ ਦੋ, 2 ਲਾਈਨਾਂ ਦਾ ਕਰ ਦੋ, ਟਵੀਟ ਕਰ ਦੋ। ਜਾਣੀ ਆਰਟੀਕਲਾਂ ਤੋਂ ਹੁਣ ਟਵੀਟ ਤੇ ਆ ਗਿਆ, ਟਵੀਟ ਪੜ੍ਹਨ ਜੋਗਾ ਮੁਸ਼ਕਲ ਨਾਲ ਲੋਕਾਂ ਕੋਲ ਟਾਈਮ ਹੈ, 3-4 ਲਾਈਨਾਂ। ਇਸ ਲਈ ਉਹਦੇ ਵਿੱਚ ਹੀ ਅਸੀਂ ਭਾਸ਼ਾ ਦਾ ਖਿਆਲ ਰੱਖ ਰਹੇ ਹਾਂ। ਜਿੱਥੇ ਹਿੰਦੀ ਬੋਲ ਕੇ ਸਰੂਗਾ ਹਿੰਦੀ ਬੋਲਾਂਗੇ, ਬੰਗਲਾ ਅਸੀਂ ਨਹੀਂ ਬੋਲ ਸਕਦੇ, ਮਲਿਆਲਮ ਭਾਸ਼ਾ ਨਹੀਂ ਬੋਲ ਸਕਦੇ, ਕੇਰਲਾ ਜਾ ਕੇ ਤਾਮਿਲ ਵੀ ਬੋਲਣੀ ਔਖੀ ਹੈ, ਉੱਥੇ ਟਰਾਂਸਲੇਟਰ ਕੰਮ ਕਰ ਜਾਂਦੇ ਆ ਕਿ ਤੁਹਾਨੂੰ ਇੰਗਲਿਸ਼ ਟਰਾਂਸਲੇਟਰ ਜਾਂ ਤਾਮਿਲ ਉਸ ਤਰ੍ਹਾਂ ਦੇ ਮਿਲ ਜਾਂਦੇ ਆ। ਇਹ ਹਮੇਸ਼ਾ ਸਾਡੇ ਦੇਸ਼ 'ਚ ਇੰਜ ਹੀ ਮੈਨੇਜ ਹੁੰਦਾ। ਜੇ ਪਾਰਲੀਮੈਂਟ 'ਚ ਸਾਰੀ ਕਿਸਮ ਦੇ ਲੋਕ ਆਪਣਾ ਕਮਿਊਨੀਕੇਟ ਕਰ ਸਕਦੇ ਆ ਤੇ ਅਸੀਂ ਵੀ ਪਬਲਿਕ ਨਾਲ ਜ਼ਰੂਰ ਕਰਾਂਗੇ। ਸਾਡੇ ਤੇ ਭਰੋਸਾ ਰੱਖੋ, ਕੋਈ ਕਸਰ ਨਹੀਂ ਛੱਡਾਂਗੇ, ਲਾਲਾ ਕਰਾ ਕੇ ਰੱਖਾਂਗੇ। ਬਿਲਕੁਲ ਪ੍ਰੋਫੈਸਰ ਸਾਹਿਬ, ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਔਰ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਪ੍ਰੋਫੈਸਰ ਸਾਹਿਬ ਜਦੋਂ ਉੱਥੇ ਨਾਲ ਵੀ ਜਾਣਗੇ ਅਲੱਗ-ਅਲੱਗ ਥਾਵਾਂ ਦੇ ਉੱਤੇ, ਜਦੋਂ ਇਸ ਸਟ੍ਰੈਟਜੀ ਨੂੰ ਜਿਸ ਤਰੀਕੇ ਨਾਲ ਬਣਾਇਆ ਜਾ ਰਿਹਾ, ਔਰ ਜਦੋਂ ਨਾਲ ਜਾਣਗੇ ਤੇ ਜਦੋਂ ਇਹ ਵਾਪਸ ਆਣਗੇ ਤੇ ਆਪਾਂ ਇਹਨਾਂ ਦੀ ਇੰਟਰਵਿਊ ਵੀ ਕਰਨੀ ਤੇ ਉੱਥੋਂ ਦੀ ਇੱਕ ਬਰੀਕੀ ਦੀ ਗੱਲ ਆਪਾਂ ਸਾਰੇ ਪ੍ਰੋਫੈਸਰ ਸਾਹਿਬ ਤੋਂ ਪੁੱਛਾਂਗੇ ਵੀ ਉੱਥੇ ਕੀ ਹੋਇਆ ਸੀ, ਕਿਵੇਂ ਜਿਹੜੀ ਰਣਨੀਤੀ ਬਣਾਈ ਗਈ ਤੇ ਉੱਥੇ ਕੀ ਕੁਝ ਹੋਇਆ, ਲੋਕਾਂ ਦਾ ਝੁਕਾਅ ਕਿਵੇਂ ਸੀ, ਲੋਕੀ ਕੀ ਗੱਲਾਂ ਕਰ ਰਹੇ ਸੀ ਕਿਸਾਨ ਅੰਦੋਲਨ ਬਾਰੇ, ਉਹ ਸਾਰੀ ਰਿਪੋਰਟ ਜਿਹੜੀ ਹੈ ਅਸੀਂ ਪ੍ਰੋਫੈਸਰ ਸਾਹਿਬ ਤੋਂ ਹੀ ਲਾਂਗੇ। ਠੀਕ ਹੈ ਨਾ ਪ੍ਰੋਫੈਸਰ ਸਾਹਿਬ? ਥੈਂਕ ਯੂ ਜੀ, ਬਿਲਕੁਲ ਜੀ, ਮੇਰੀ ਜ਼ਿੰਮੇਵਾਰੀ ਜੀ। ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ। ਪ੍ਰੋਫੈਸਰ ਮਨਜੀਤ ਨਾਲ ਅਸੀਂ ਗੱਲਾਂ ਤਾਂ ਬਹੁਤ ਸਾਰੀਆਂ ਕਰ ਲਈਆਂ ਔਰ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਾਰੇ ਦਰਸ਼ਕਾਂ ਦੇ ਤਰ੍ਹਾਂ ਦੇ ਸਵਾਲ ਹੁੰਦੇ ਨੇ ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਸਾਰਿਆਂ ਦਾ ਜਵਾਬ ਮਿਲ ਸਕੇ। ਸੋ ਸਵਾਲ ਕਰਦੇ ਰਿਹਾ ਕਰੋ, ਸਵਾਲ ਕਰਨਾ ਵੀ ਜਿਹੜਾ ਉਹ ਵੀ ਕਹਿ ਸਕਦਾ ਕਿ ਇੱਕ ਹੱਕ ਹੁੰਦਾ ਹਰ ਨਾਗਰਿਕ ਦਾ ਹਰ ਤਰ੍ਹਾਂ ਦੇ ਸਵਾਲ ਕਰਨਾ, ਪਰ ਕੋਸ਼ਿਸ਼ ਕਰਿਆ ਕਰੋ ਕਿ ਖਬਰ ਤੇ ਮੋਹਰ ਉਹਨੂੰ ਹੀ ਲਗਾਇਆ ਕਰੋ ਜਿਹੜੀ ਤੁਹਾਨੂੰ ਲੱਗੇ ਕਿ 4-5 ਥਾਵਾਂ ਦੇ ਉੱਤੇ ਫਿਲਟਰ ਹੋ ਕੇ ਔਰ ਸਟੀਕ ਉਹ ਖਬਰ, ਉਹ ਨਿਊਜ਼ਪੇਪਰ ਜਾਂ ਉਹ ਸੋਸ਼ਲ ਮੀਡੀਆ ਦਾ ਤੁਹਾਡਾ ਕੋਈ ਪਲੇਟਫਾਰਮ ਇੱਦਾਂ ਦਾ ਜਾਂ ਕੋਈ ਚੈਨਲ ਤੁਹਾਡਾ ਫੇਵਰਟ ਇੱਦਾਂ ਦਾ ਜਿਹੜਾ ਤੁਹਾਨੂੰ ਪਤਾ ਕਿ ਉਹਨੇ ਖਬਰ ਸਹੀ ਚਲਾਣੀ ਹੈ, ਉਹ ਕਿਸੇ ਦੇ ਵੀ ਕਹਿ ਸਕਦੇ ਆ ਕਿ ਅਸਰ ਦੇ ਵਿੱਚ ਨਹੀਂ ਹੈ ਜਾਂ ਦਬਾਅ ਦੇ ਵਿੱਚ ਨਹੀਂ ਹੈ। ਸੋ ਇੱਦਾਂ ਦੀ ਖਬਰ ਤੇ ਮੋਹਰ ਲਗਾਇਆ ਕਰੋ ਤੇ ਫਿਰ ਸਵਾਲ ਪੁੱਛਿਆ ਕਰੋ। ਸੋ ਫਿਲਹਾਲ ਦੇ ਲਈ ਤਾਂ ਇਜਾਜ਼ਤ ਦਿਓ ਤੇ ਕੱਲ ਇਸੇ ਸਮੇਂ ਫਿਰ ਤੋਂ ਆਪਾਂ ਨਵੀਆਂ ਖਬਰਾਂ ਲੈ ਕੇ ਨਵੇਂ ਤਾਜ਼ਾ ਅਪਡੇਟ ਦੇ ਨਾਲ ਮਿਲਾਂਗੇ ਤੇ ਬਹੁਤ ਸਾਰੀਆਂ ਗੱਲਾਂ ਕਰਾਂਗੇ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।